ਤੁਸੀਂ ਬਖਸ਼ਿਸ਼ ਦੇ ਤੌਰ ਤੇ ਮੈਂ ਤੁਹਾਡੇ ਤੋਂ ਤਾਂ ਕੁਰਬਾਨ ਜਾਂਦਾ, ਤਾਂ ਮੈਂ ਤੁਹਾਡੇ ਤੋਂ ਢੋਲੀ ਵੱਜਦਾ ਵੀ ਤੁਸੀਂ ਨਾਮ ਦੀ ਦਾਤ ਦਿੰਦੇ ਹੋ, ਤੇ ਨਾਮ ਕਿਤੇ ਉਹ ਮੁੱਲ ਨਹੀਂ ਮਿਲਦਾ ਹੈ। ਇਹ ਤੁਹਾਡੀ ਪ੍ਰਸੰਨਤਾ ਤੋਂ ਹੀ ਬਖਸ਼ਿਸ਼ ਵਰਤਣੀ ਹੈ। ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ, ਤੁਸੀਂ ਟੁੱਟ ਕੇ ਨਾਮ ਦੀ ਦਾਤ ਦੇ ਦਿੱਤੀ। ਮੈਂ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹਨ, ਜਿਨ ਤੂੰ ਸੇਵਿਆ ਭਾਉ ਕਰ, ਸੇਈ ਪੁਰਖ ਸੁਜਾਨ। ਇਹ ਸਤਿਗੁਰੂ ਜਿਨ੍ਹਾਂ ਨੇ ਤੁਹਾਨੂੰ ਪ੍ਰੇਮ ਨਾਲ ਸੇਵਿਆ ਹੈ, ਭਾਵ ਕਿ ਜਿਨ੍ਹਾਂ ਨੇ ਤੁਹਾਡੀ ਪ੍ਰੇਮ ਨਾਲ ਸੇਵਾ ਕੀਤੀ ਹੈ, ਤੇ ਨਾਲ ਬਚਨ ਕਹਿ ਦਿੱਤੇ ਸੇਈ ਪੁਰਖ ਸੁਜਾਨ, ਸਿਆਣੇ ਪੁਰਖ ਵੀ ਉਹ ਹੈ। ਇੱਕ ਤੇ ਹੁੰਦਾ ਵੈਸੀ ਹਾਜ਼ਰੀ ਭਰ ਜਾਣੀ, ਇੱਕ ਹੁੰਦਾ ਪਿਆਰ ਨਾਲ ਸੇਵਾ ਕਰਨੀ, ਇੱਕ ਹੁੰਦਾ ਸੇਵਾ ਕਰਨੀ, ਇੱਕ ਹੁੰਦਾ ਪਿਆਰ ਨਾਲ ਸੇਵਾ ਕਰਨੀ। ਕਈ ਨਾ ਇੱਥੇ ਸਰੀਰ ਬਹੁਤੇ ਆਉਂਦੇ ਹੈ ਵੀ ਬਾਬਾ ਜੀ ਕਿਸੇ ਨੇ ਦੱਸਿਆ ਵੀ ਇੰਨੇ ਦਿਨ ਉੱਥੇ ਸੇਵਾ ਕਰੋ। ਮੈਂ ਕਿਹਾ ਜੀ ਚੰਗੀ ਗੱਲ ਹੈ, ਚਲੋ ਦੱਸਣ ਵਾਲੇ। ਬਾਬਾ ਜੀ ਫਿਰ ਕੀ ਸੇਵਾ ਕਰੀਏ ਤੇ ਕਿਵੇਂ, ਕਿੰਨਾ ਚਿਰ ਸੇਵਾ ਕਰਿਆ ਕਰੀਏ? ਉਹ ਇੱਕ ਕਿਸੇ ਦੀ ਦੱਸੀ ਅਸੀਂ ਸੇਵਾ ਕਰਨੇ ਦਾ ਮਤਲਬ ਬਹੁਤਾ ਪਿਆਰ ਨਹੀਂ ਹੈ। ਜੇ ਅਸੀਂ ਟਾਈਮ ਪੀਸ ਵੱਲ ਵੇਖ ਕੇ ਸੇਵਾ ਕਰਦੇ ਨਾ ਵੀ ਇੰਨਾ ਇੱਕ ਦੋ, ਫਿਰ ਉਹ ਬਹੁਤੀ ਗੱਲ ਨਹੀਂ ਬਣਦੀ ਹੈ। ਤੇ ਸੇਵਾ ਕਰਦਿਆਂ ਤੇ ਸਾਨੂੰ ਸਮਾਂ ਪਤਾ ਹੀ ਨਹੀਂ ਲੱਗਣਾ ਚਾਹੀਦਾ। ਆਪ ਜੀ ਕਿਤੇ ਬਾਣੀ ਪੜ੍ਹਦੇ ਹੋ, ਇਹ ਤੇ ਮਨ ਕਰੇ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗੇਗਾ, ਔਰ ਤੁਸੀਂ ਸਮੇਂ ਦੀ ਪਰਵਾਹ ਨਹੀਂ ਕਰੋਗੇ। ਤੇ ਜਿਸ ਦਿਨ ਮਨ ਨਹੀਂ ਜੋੜਦਾ, ਫਿਰ ਇੱਕ ਸਕਿੰਟ ਵੀ ਅਸੀਂ ਟਾਈਮ ਪੀਸ ਤੋਂ ਉੱਪਰ ਨਹੀਂ ਹੁੰਦੇ ਹੁੰਦੇ। ਭਾਈ ਆ ਇੱਕ ਸਕਿੰਟ ਤੋਂ ਉੱਪਰ ਜਾ ਰਿਹਾ, ਜਲਦੀ ਜਲਦੀ ਗੁਟਕਾ ਸਾਹਿਬ ਬੰਦ ਕੀਤਾ, ਚੱਲੀ ਜਾਂਦੀ ਭਾਗ ਬੰਦ ਕੀਤਾ, ਜਾਂ ਪੋਥੀ ਪ੍ਰਕਾਸ਼ ਕੀਤੀ, ਬੰਦ ਕੀਤੀ, ਜਾ ਕੇ ਬੈੱਡ 'ਤੇ ਲੇਟ ਗਏ ਵੀ ਹੁਣ ਰਾਤ ਦਾ ਟਾਈਮ ਹੋ ਗਿਆ। ਜੇ ਪਿਆਰ ਹੈ ਤਾਂ ਫਿਰ ਇੱਥੇ ਕੋਈ ਟਾਈਮ ਦੀ ਗੱਲ ਨਹੀਂ ਹੈ। ਇੱਥੇ ਮਹਾਰਾਜ ਇਹੀ ਗੱਲ ਕਹਿੰਦੇ ਆ, ਜਿਨ ਤੂੰ ਸੇਵਿਆ ਭਾਉ ਕਰ, ਜਿਨ੍ਹਾਂ ਨੇ ਸਤਿਗੁਰੂ ਤੁਹਾਡੀ ਪ੍ਰੇਮ ਕਰਕੇ ਸੇਵਾ ਕੀਤੀ। ਇੱਕ ਹੁੰਦੀ ਬੱਧਾ ਚੱਟੀ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹਨੂੰ ਬਹੁਤਾ ਗੁਣ ਵੀ ਨਹੀਂ ਤੇ ਉਪਕਾਰੀ ਵੀ ਨਹੀਂ ਉਹ ਬਣਦਾ ਹੈ। ਉਹ ਕਿਸੇ ਦੇ ਉਪਕਾਰ ਵੀ ਨਹੀਂ ਕਰ ਸਕਦਾ। ਇਹਦਾ ਟਾਈਮ ਹੈ, ਮੰਨ ਲਓ ਵੀ 10 ਦੀ ਇੱਥੇ ਕਥਾ ਦੀ ਡਿਊਟੀ ਹੈ, ਤੇ ਜੇ ਮੈਂ 5 ਮਿੰਟ ਉੱਪਰ ਨਹੀਂ ਬੈਠ ਸਕਦਾ ਹੈ। ਵੈਸੇ ਤੇ ਚਲੋ ਕਥਾ ਦੀ ਡਿਊਟੀ ਹੈ ਤੇ 1.5 ਘੰਟਾ ਬਾਅਦ 'ਚ ਗੁਰਮੁਖ ਕਾਰੇ ਆਉਂਦੇ ਆ ਵੀ ਬਾਬਾ ਜੀ ਤੁਸੀਂ ਤੇ ਬੈਠਿਆ ਕਰੋ। ਚਲੋ ਕਿਤੇ ਨਾ ਕਿਤੇ ਸਾਨੂੰ ਨਾਲ ਕੋਈ 2-4 ਮਿੰਟ ਸੇਵਾ ਵੀ ਕਰਨੀ ਚਾਹੀਦੀ ਹੈ। ਕਿਤੇ ਵੀ ਆਪਾਂ ਨੂੰ ਜੇ ਕੋਈ ਆਪਣੇ ਕਿਸੇ ਨੌਕਰੀ ਤੇ ਲੱਗਾ ਹੈ, ਉਹ ਤੇ ਨੌਕਰੀ ਹੈ, ਪੈਸੇ ਮਿਲਣੇ, ਚਲੋ ਉਸ ਤੋਂ ਵੱਧ ਵੀ ਸਾਨੂੰ ਸੇਵਾ ਭਾਵਨਾ ਇੰਨੀ ਕੁ ਹੋਣੀ ਚਾਹੀਦੀ ਜੇ ਅਸੀਂ ਸੇਵਾ ਕਰਨੀ ਹੈ। ਤੇ ਮਹਾਰਾਜ ਕਹਿੰਦੇ ਸਿਆਣਾ ਪੁਰਖ ਵੀ ਉਹੀ ਹੈ ਜਿਹਦੇ ਅੰਦਰ ਪ੍ਰੇਮ ਹੈ, ਜਿਹੜਾ ਸਤਿਗੁਰਾਂ ਦੀ ਸੇਵਾ 'ਚ ਜੁੜਿਆ, ਉਹੀ ਪ੍ਰਧਾਨ ਹੈ, ਉਹੀ ਸਿਆਣਾ ਹੈ। ਤਿੰਨਾ ਵਿਸ਼ੈ ਛੁਟੀਐ, ਜਿਹੜੇ ਜੁੜ ਗਏ ਨਾ, ਜੇ ਉਹਨਾਂ ਦੇ ਪਿੱਛੇ ਹੀ ਅਸੀਂ ਲੱਗ ਜਾਈਏ ਤੇ ਫਿਰ ਵੀ ਅਸੀਂ ਬਚ ਸਕਦੇ ਹਾਂ। ਜਿਹੜੇ ਜਪਦੇ ਨੇ ਅਸੀਂ ਉਹਨਾਂ ਦੇ ਆਖੇ ਲੱਗ ਜਾਈਏ, ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਵੇਖ ਕੇ ਜੁੜ ਜਾਈਏ। ਤੇ ਮਹਾਰਾਜ ਕਹਿੰਦੇ ਸੇਵਾ ਕਰਨ ਵਾਲਿਆਂ ਦੇ ਨਾਲ ਜੁੜ ਕੇ, ਜਪਣ ਵਾਲਿਆਂ ਦੇ ਨਾਲ ਜੁੜ ਕੇ ਅਸੀਂ ਵੀ ਬੰਦਰਾਂ ਤੋਂ ਛੁੱਟ ਸਕਦੇ ਹਾਂ। ਜਿਨ ਅੰਦਰ ਨਾਮ ਨਿਧਾਨ, ਉਹਨਾਂ ਨਾਲ ਜੁੜ ਕੇ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਫਿਰ ਸਾਡਾ ਵੀ ਭਲਾ ਹੁੰਦਾ ਹੈ। ਚਲੋ ਬਹੁਤੇ ਸਰੀਰ ਨੇ ਜਿਹੜੇ ਜੁੜੇ ਹੋਏ ਨੇ, ਜੋੜਦੇ ਨੇ, ਤੇ ਮਹਾਰਾਜ ਕਹਿੰਦੇ ਜਿਹੜੇ ਆਪ ਜੁੜੇ ਜਿਨ੍ਹਾਂ ਕੋਲ ਖਜ਼ਾਨਾ ਹੈ, ਉਹਨਾਂ ਨਾਲ ਜੁੜ ਕੇ ਭਾਈ ਤੁਹਾਡਾ ਵੀ ਭਲਾ ਹੋ ਸਕਦਾ ਹੈ। ਗੁਰ ਜੀਵਨ ਦਾਤਾ ਕੋ ਨਹੀਂ, ਮਹਾਰਾਜ ਕਹਿੰਦੇ ਗੁਰੂ ਵਰਗਾ ਦਾਤਾ ਕੋਈ ਨਹੀਂ ਹੈ। ਜੀਵਨ ਦਾ ਅਰਥ ਵਰਗਾ, ਗੁਰ ਜੀਵਨ ਦਾਤਾ ਕੋਈ ਨਹੀਂ। ਬਾਬਾ ਆਦਮ ਜੀ ਬਠਿੰਡੇ ਤੋਂ ਆਏ ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ। ਮੈਂ ਸਿਰਫ ਸੰਖੇਪ ਸਾਖੀ, ਕਿਉਂਕਿ ਸਾਖੀਆਂ ਆਪਾਂ ਵੈਸੇ ਵੀ ਘੱਟ ਕੀਤੀਆਂ ਤੇ ਚਲੋ ਲੰਬੀਰੀ ਵੀ ਇਹ ਬਹੁਤ ਹੈ, ਜੇ ਸਾਰੀ ਗੱਲ ਕਰਾਂਗੇ ਟਾਈਮ ਬਹੁਤ ਲੱਗੇਗਾ। ਸੇਵਾ ਕੀਤੀ ਬਾਬੇ ਆਦਮ ਨੇ ਬੜੇ ਤਨ ਮਨ ਨਾਲ, ਦੇ ਧਨ ਵੀ ਭੇਟਾ ਕੀਤਾ। ਕਾਫੀ ਜ਼ਿਮੀਂਦਾਰ ਵਧੀਆ ਸੀ ਪਰਿਵਾਰ, ਗਰੀਬ ਨਹੀਂ ਸੀ ਬਾਬਾ ਆਦਮ ਜੀ। ਤੇ ਮਹਾਰਾਜ ਨੇ ਇੱਕ ਦਿਨ ਬਚਨ ਕਹੇ ਸੀ, ਜਿਹੜਾ ਆਹ ਸੇਵਾ ਕਰੇਗਾ ਨਾ, ਮੈਂ ਸਾਖੀ ਸਾਰੀ ਨਹੀਂ ਕਲੀਅਰ ਕਰ ਸਕਦਾ, ਸੁਣੀ ਆਪ ਜੀਆਂ ਨੇ, ਉਹਨੂੰ ਜੋ ਮੰਗੇਗਾ ਮਿਲੇਗਾ। ਚਲੋ ਬਾਬੇ ਆਦਮ ਨੇ ਸੇਵਾ ਕੀਤੀ, ਇੱਕ ਤਰ੍ਹਾਂ ਦੀਵਾਨ ਸਜਿਆ। ਤੇ ਮਹਾਰਾਜ ਕਹਿੰਦੇ ਵੀ ਇਹ ਸੇਵਾ ਕਿਹਨੇ ਕੀਤੀ? ਰਾਤ ਜਿਹੜੀ ਸੰਗਤਾਂ ਨੂੰ ਅੱਗ ਸਿਖਾਈ ਹੈ, ਬਾਲਣ ਲਿਆਂਦਾ ਬਹੁਤ। ਕਹਿੰਦੇ ਜੀ ਬਾਬੇ ਆਦਮ ਨੇ। ਮਹਾਰਾਜ ਕਹਿੰਦੇ ਸੱਦੋ। ਬਾਬੇ ਆਦਮ ਨੂੰ ਸੱਦਿਆ ਤੇ ਕਹਿੰਦੇ ਭਾਈ ਕੋਈ ਇੱਛਾ, ਤੁਸੀਂ ਸੇਵਾ ਕੀਤੀ ਤੇ ਅਸੀਂ ਬਚਨ ਕੀਤੇ ਸੀ ਸੇਵਾ ਜੋ ਕਰੇਗਾ ਉਹਨੂੰ ਜੋ ਮੰਗੇਗਾ ਮਿਲੇਗਾ। ਤੇ ਇਹਨਾਂ ਨੇ ਪਤੀ ਪਤਨੀ ਨੇ ਕਿਹਾ ਜੀ ਤੁਹਾਡਾ ਵੈਸੇ ਤੇ ਦਿੱਤਾ ਸਭ ਕੁਝ ਹੈ, ਜ਼ਮੀਨ ਹੈ, ਕਾਰੋਬਾਰ ਵਧੀਆ ਹੈ, ਨੌਕਰ ਚਾਕਰ ਨੇ ਸਾਡੇ ਕੋਲ, ਪਰ ਸਭ ਕੁਝ ਸਾਂਭਣ ਵਾਲਾ ਕੋਈ ਨਹੀਂ। ਭਾਵ ਕਿ ਇਹਨਾਂ ਨੇ ਪੁੱਤਰ ਦੀ ਦਾਤ ਮੰਗੀ। ਤੇ ਮਹਾਰਾਜ ਚੁੱਪ ਹੋ ਗਏ।
ਜਿਹੜਾ ਇਤਿਹਾਸ ਕਹਿੰਦਾ ਕਵੀ ਸੰਤੋਖ ਸਿੰਘ ਜੀ ਕਹਿੰਦੇ, ਮਹਾਰਾਜ ਬੋਲੇ ਨਹੀਂ ਤੇ ਸੰਗਤ ਸਾਰੀ ਮਹਾਰਾਜ ਦੇ ਸਰੂਪ ਵੱਲ ਵੇਖ ਰਹੀ, ਚਿਹਰੇ ਵੱਲ ਮਹਾਰਾਜ ਕੀ ਕਹਿੰਦੇ ਆ। ਤੇ ਮਹਾਰਾਜ ਨੇ ਨੇਤਰ ਬੰਦ ਕਰ ਲਏ ਜੋ ਕਵੀ ਸੰਤੋਖ ਸਿੰਘ ਨੇ ਲਿਖਿਆ। ਕਹਿੰਦੇ ਮਹਾਰਾਜ ਕੁਝ ਸਮੇਂ ਬਾਅਦ ਅੱਖਾਂ ਖੋਲ੍ਹਦੇ ਕਹਿੰਦੇ ਵੀ ਇਹ ਤੁਹਾਡੇ ਇਹੋ ਜਿਹੇ ਕਰਮ ਨਹੀਂ ਸੀ ਵੀ ਤੁਸੀਂ ਲਾਦ ਦਾ ਸੁੱਖ ਮੰਨੋ, ਇਹ ਵੀ ਗੁਰਮੁਖੋ ਕਰਮਾਂ ਨਾਲ ਮਿਲਦੀ ਹੈ। ਸਾਰੀ ਜ਼ਿੰਦਗੀ ਕਈ ਤੜਫਦੇ ਰਹਿੰਦੇ ਹੈ, ਉਹਨਾਂ ਦੇ ਘਰੇ ਨਾ ਧੀ ਹੈ ਤੇ ਨਾ ਪੁੱਤ ਹੈ, ਤੇ ਬਹੁਤਿਆਂ ਨੂੰ ਮਿਲੀ ਹੈ ਜਿਨ੍ਹਾਂ ਨੇ ਮੰਗੀ ਵੀ ਨਹੀਂ, ਬਿਨਾਂ ਮੰਗਿਆ ਤੋਂ ਮਿਲਦੀ। ਮੰਗਣ ਤੇ ਉਦੋਂ ਲੱਗਦੇ ਜਦੋਂ ਮਿਲਦੀ ਨਹੀਂ ਹੈ, ਵੈਸੇ ਤੇ ਬਹੁਤਿਆਂ ਨੂੰ ਬਿਨਾਂ ਮੰਗਣ ਤੋਂ ਹੀ ਮਿਲੀ ਹੈ। ਅਰਦਾਸਾਂ ਤੇ ਅਸੀਂ ਕਰਦੇ ਹਾਂ ਜਦੋਂ ਵਿਆਹ ਨੂੰ 4 ਸਾਲ ਹੋ ਜਾਂਦੇ ਆ ਕਿਸੇ ਦੇ ਬੱਚੇ ਦੇ ਵੀ ਦਾਤ ਨਹੀਂ ਮਿਲੀ, ਫਿਰ ਅਰਦਾਸਾਂ ਸ਼ੁਰੂ ਕਰਦੇ ਆ, ਤੇ ਜਦੋਂ ਮਿਲ ਜਾਂਦੀ ਫਿਰ ਅਰਦਾਸ ਅਸੀਂ ਕਰਦੇ ਵੀ ਨਹੀਂ ਹੈ। ਬਿਨਾਂ ਅਰਦਾਸਾਂ ਤੋਂ ਵੀ ਸਾਨੂੰ ਬਹੁਤ ਕੁਝ ਮਿਲਿਆ। ਮਹਾਰਾਜ ਕਹਿੰਦੇ ਤੁਹਾਡੇ ਕਰਮਾਂ 'ਚ ਉਹ ਲਾਦ ਦਾ ਸੁੱਖ ਨਹੀਂ ਹੈ। ਤੇ ਫਿਰ ਸੰਗਤ ਕਹਿਣ ਲੱਗੀ ਮਹਾਰਾਜ ਤੁਸੀਂ ਤੇ ਕਿਹਾ ਸੀ ਵੀ ਜੋ ਮੰਗੋਗੇ ਤੁਹਾਨੂੰ ਮਿਲੇਗਾ, ਤੇ ਮਹਾਰਾਜ ਫਿਰ ਉਸ ਬਚਨਾਂ ਦਾ ਕੀ ਵੀ ਤੁਸੀਂ ਇਹਨਾਂ ਨੂੰ ਕਹਿ ਦਿੱਤਾ ਤੁਹਾਡੇ ਇਹਨਾਂ ਨੇ ਪੁੱਤਰ ਮੰਗਿਆ, ਤੁਸੀਂ ਆਖਿਆ ਸੀ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੋਗੇ। ਇੱਥੇ ਬਚਨ ਆਏ ਸਨ ਸਤ ਗੁਰ ਜੀਵਨ ਦਾਤਾ ਕੋ ਨਹੀਂ, ਤੇ ਕਹਿੰਦੇ ਮਹਾਰਾਜ ਹੁਣ ਕਿਰਪਾ ਕਰੋ ਇਹਨਾਂ ਦੀ ਝੋਲੀ ਭਰੋ। ਸੰਗਤ ਨੇ ਸਿਫਾਰਿਸ਼ ਕਰ ਦਿੱਤੀ। ਹੁਣ ਸੰਗਤ 'ਚ ਕੀ ਹੈ, ਵਿੱਚ ਸੰਗਤ ਹਰ ਪ੍ਰਭ, ਇਹਦਾ ਮਤਲਬ ਰੱਬ ਨੇ ਕਹਿ ਦਿੱਤਾ ਗੁਰੂ ਸਾਹਿਬ ਜੀ ਦੇ ਦਿਓ। ਸੰਗਤ 'ਚ ਕੀ ਹੈ, ਰੱਬ, ਸੰਗਤ ਨੇ ਕਹਿ ਦਿੱਤਾ ਜੀ ਦੇ ਦਿਓ। ਤੇ ਮਹਾਰਾਜ ਸਿਰ ਤੇ ਹੱਥ ਕਰਕੇ ਹੱਥ ਰੱਖ ਕੇ ਕਹਿੰਦੇ ਬਾਬਾ ਆਦਮ ਤੇਰੇ ਕਰਿਓ ਲਾਦ ਕੋਈ ਨਹੀਂ ਹੋ, ਹੁਣ ਵੀ ਨਹੀਂ ਹੈ ਪਹਿਲਾਂ ਵੀ ਨਹੀਂ ਹੈ, ਪਰ ਸੰਗਤ ਨੇ ਕਹਿ ਦਿੱਤਾ ਸਾਡੇ ਘਰੇ 3 ਬੱਚਿਆਂ ਦਾ ਜਨਮ ਹੋ ਗਿਆ, 1 ਬੱਚੇ ਦਾ ਹੋਰ ਜਨਮ ਹੋਣਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਕਹਿੰਦੇ ਉਸ ਬੱਚੇ ਦਾ ਜਨਮ ਹੁਣ ਸਾਡੇ ਘਰੇ ਨਹੀਂ ਹੋਏਗਾ, ਉਹ ਬੱਚੇ ਦਾ ਜਨਮ ਤੇਰੇ ਘਰੇ ਹੋਏਗਾ। ਜਿੱਦਣ ਹੋ ਗਿਆ ਉਹਦਾ ਨਾਮ ਭਗਤੂ ਰੱਖੀ, ਕਿਉਂਕਿ ਤੇਰੀ ਭਗਤੀ ਨੂੰ ਵੇਖ ਕੇ ਅਸੀਂ ਦਾਤ ਦੇਣ ਲੱਗੇ ਆ। ਤੁਸੀਂ ਬਠਿੰਡੇ ਇਲਾਕੇ 'ਚ ਜਾ ਕੇ ਜਿਹਨੂੰ ਮਰਜ਼ੀ ਭਾਈ ਭਗਤੂ ਦਾ ਵੀ ਦੱਸੋ ਜੀ ਇਤਿਹਾਸ, ਬੱਚੇ ਨੂੰ ਭਾਈ ਭਗਤੂ ਦਾ ਇਤਿਹਾਸ ਯਾਦ ਹੈ ਬਠਿੰਡੇ ਦੇ ਅੰਦਰ। ਹੁਣ ਗੁਰੂ ਵਰਗਾ ਦਾਤਾ ਕੋਈ ਹੋ ਸਕਦਾ ਵੀ ਦਾਤ ਸਤਿਗੁਰੂ ਨੂੰ ਮਿਲਣ ਵਾਲੀ ਹੋਵੇ ਤੇ ਆਖੇ ਵੀ ਨਹੀਂ ਜੀ ਇਹ ਇਹਨਾਂ ਦੇ ਘਰੇ ਚੱਲ। ਕੱਲ੍ਹ ਨਾ ਇੱਕ ਖਬਰ ਪੜ੍ਹੀ ਤੁਸੀਂ ਜੀਰੇ ਦੀ, ਉਹ ਇੱਕ ਬੱਚੇ ਨੂੰ ਨੌਕਰੀ ਮਿਲ ਗਈ ਤੇ ਦੂਸਰਾ ਕਹਿੰਦਾ ਵੀ ਇਹ ਦਾਵਾ ਮੇਰਾ ਹੀ ਨੌਕਰੀ, ਤੇ ਉਸ ਬੱਚੇ ਤੇ ਗੋਲੀਆਂ ਚਲਾਤੀਆਂ ਵੀ ਤੈਨੂੰ ਕਿਉਂ ਮਿਲ ਗਈ, ਇਹ ਮੇਰੇ ਘਰੇ ਆਉਣੀ ਚਾਹੀਦੀ ਸੀ ਨੌਕਰੀ। ਸਾਡਾ ਗੁਰੂ ਇਹੋ ਜਿਹਾ ਕਹਿੰਦਾ ਮੇਰੇ ਘਰੇ ਕੁਝ ਆਵੇ ਚਾਹੇ ਨਾ ਆਵੇ, ਇਹ ਮੇਰੇ ਸਿੱਖ ਦੇ ਘਰੇ ਦਾਤ ਜ਼ਰੂਰ ਹੋਣੀ ਚਾਹੀਦੀ। ਆਪਣੇ 4 ਪੁੱਤ ਕੁਰਬਾਨ ਕਰਕੇ ਸਾਡੇ ਘਰਾਂ ਦੇ ਦੀਵੇ ਬਲਦੇ ਰੱਖੇ ਮਹਾਰਾਜ ਨੇ, ਵੀ ਜੇ ਨਾ ਮਹਾਰਾਜ ਉਹ ਕੁਰਬਾਨੀ ਕਰਦੇ ਤੇ ਅੱਜ ਅਸੀਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਥੋੜ੍ਹੀ ਬੈਠੇ ਹੁੰਦੇ। ਅੱਜ ਮਸੱਲੇ ਪਾਏ ਹੁੰਦੇ ਸਿਰਾਂ ਤੇ, ਲਹਿੰਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਟੋਪੀਆਂ ਪਾ ਕੇ ਅਸੀਂ ਮਸੱਲਿਆਂ ਦੇ ਉੱਤੇ ਗੋਡੇ ਮੂੰਹ ਮਾਰੇ ਹੁੰਦੇ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਨਹੀਂ ਬੈਠਣਾ। ਸਾਡੇ ਪੁੱਤਰ ਸੁੱਖ ਨਾਲ ਸੌਣ, ਉਹ ਆਨੰਦ ਮਾਣਨ, ਸਤਿਗੁਰਾਂ ਨੇ ਆਪਣੇ ਤਾਂ ਕੁਰਬਾਨ ਕੀਤੇ ਹਨ। ਕਿਸੇ ਦੇ ਪੁੱਤ ਨੂੰ ਬਚਾਉਣ ਵਾਸਤੇ ਅਸੀਂ ਆਪਣੇ ਪੁੱਤ ਨੂੰ ਮੌਤ ਦੇ ਮੂੰਹ 'ਚ ਤੋਰਾਂਗੇ, ਕਦੇ ਵੀ ਨਹੀਂ ਤੋਰਾਂਗੇ। ਹੈ ਦਾਤਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ? ਦਾਤੇ ਦੀ ਗੱਲ ਕਰ ਲਓ, ਦਾਨੀ ਦੀ ਗੱਲ ਕਰ ਲਓ, ਤੁਹਾਨੂੰ ਬਹੁਤ ਸੋਨਾ ਦਾਨ ਕਰਨ ਵਾਲੇ ਮਿਲ ਜਾਣਗੇ, ਤੁਹਾਨੂੰ ਘਰ ਬਣਾ ਕੇ ਦਾਨ ਕਰਨ ਵਾਲੇ ਮਿਲ ਜਾਣਗੇ, ਤੁਹਾਨੂੰ ਬਹੁਤ ਕੁਝ ਦਾਨ ਕਰਨ ਵਾਲੇ ਮਿਲ ਜਾਣਗੇ, ਤੁਹਾਨੂੰ ਪੁੱਤਰ ਦਾਨ ਕਰਨ ਵਾਲਾ ਕੋਈ ਨਹੀਂ ਮਿਲੇਗਾ। ਸਤਿਗੁਰ ਗੁਰ ਜੀਵਨ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ, ਜਿਹੜਾ ਆਤਮਿਕ ਜੀਵਨ ਦਿੰਦਾ ਹੈ। ਗੁਰੂ ਵਰਗਾ ਦਾਤਾ ਕੋਈ ਨਹੀਂ ਸੰਸਾਰ ਤੇ ਦੂਸਰਾ ਜੀ। ਆਇਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਗੁਰੂ ਦੀ ਬਖਸ਼ਿਸ਼ ਤੋਂ ਬਾਅਦ ਆਏ ਉਹੀ ਪ੍ਰਵਾਨ ਨੇ। ਜਿਨ੍ਹਾਂ ਦੇ ਜੀਵਨ 'ਚ ਗੁਰੂ ਨਹੀਂ, ਉਹ ਆਇਆ ਵੀ ਸਫਲ ਨਹੀਂ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਰੱਬ ਨਾਲ ਬਣਾਉਣਾ। ਜੇ ਗੁਰੂ ਹੀ ਜੀਵਨ 'ਚ ਨਹੀਂ ਹੈ ਤਾਂ ਰੱਬ ਕਿਵੇਂ ਮਿਲੇਗਾ? ਜੇ ਰੱਬ ਨਹੀਂ ਮਿਲਦਾ ਫਿਰ ਆਏ ਵੀ ਉਹ ਪ੍ਰਵਾਨ ਨਹੀਂ ਹੈ। ਆਏ ਉਹ ਪ੍ਰਵਾਨ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਜੀਵਨ 'ਚ ਗੁਰੂ ਹੈ, ਪੂਰਾ ਗੁਰੂ। ਵੈਸੇ ਤਾਂ ਝੂਠਿਆਂ ਨਾਲ ਤੇ ਬਹੁਤ ਲੋਕ ਜੁੜੇ ਆ, ਉਹ ਤੇ ਨਕਲੀਆਂ ਨੂੰ ਵੀ ਕਹੀ ਜਾਂਦੇ ਸਾਡੇ ਗੁਰੂ ਹੈ। 22 ਮੰਜੀਆਂ ਲੱਗੀਆਂ ਸੀ ਬਕਾਲੇ ਦੀ ਧਰਤੀ ਤੇ ਜਿਹੜੇ ਭੋਲੇ ਲੋਕ ਸਨ ਉਹ ਤੇ 22 ਉਹ ਸਰੀਰਾਂ ਨੂੰ ਵੀ ਗੁਰੂ ਕਹੀ ਜਾਂਦੇ ਹਨ, ਤੇ ਜਿਹੜੇ ਪੂਰੇ ਸਾਨੂੰ ਇੱਕ ਕਮਰੇ 'ਚ ਬੈਠੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਅੱਜ ਜਿਹੜੇ ਅਧੂਰੇ ਨੇ ਉਹ ਕਹਿੰਦੇ ਨੇ ਅਸੀਂ ਗੁਰੂ ਹਾਂ। ਜਿਹੜਾ ਪੂਰਾ ਉਹ ਆਵਾਜ਼ਾਂ ਨਹੀਂ ਮਾਰਦਾ, ਉਹਦੇ ਕੋਲ ਚੱਲ ਕੇ ਆਉਣਾ ਪੈਂਦਾ ਹੈ, ਉਹ ਬਖਸ਼ਿਸ਼ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਜੇ ਜੀਵਨ 'ਚ ਪੂਰਾ ਗੁਰੂ ਹੈ ਤੇ ਭਾਈ ਆਇਆ ਵੀ ਉਹੀ ਪ੍ਰਵਾਨ ਹੈ। ਸੱਚੇ ਸੇ ਰਤਿਆ ਦਰਗਹ ਬੈਸਣ ਜਾਏ, ਜਿਹੜਾ ਸੱਚੇ ਦੇ ਪਿਆਰ ਵਿੱਚ ਰਤਿਆ ਜਾਂਦਾ ਦਰਗਹ ਬੈਸਣ ਜਾਏ। ਪੰਕਤੀਆਂ ਵਾਰ-ਵਾਰ ਪੜ੍ਹਨੀਆਂ ਪੈਂਦੀਆਂ, ਇਹ ਸੁਰਤ 'ਚ ਹੀ ਵਸਾਉਣੀਆਂ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ,
ਬੈਸਣ ਪਾਈ। ਇੱਥੇ ਵੀ ਮਹਾਰਾਜ ਕਹਿੰਦੇ ਜਿਹੜੇ ਨਾਮ ਰੰਗ ਵਿੱਚ ਰੱਤੇ ਜਾਂਦੇ ਦਰਗਾਹ 'ਚ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਜੀ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਕੋਈ ਜੁੜ ਜੇ ਇਹ ਵਡਿਆਈ ਕਰਤੇ ਤੇ ਹੱਥ 'ਚ ਹੈ ਤੇ ਇਹ ਵੀ ਪੂਰਬ ਲਿਖਿਆ ਹੀ ਮਿਲਦਾ ਹੈ। ਕਿਤੇ ਸਾਡੇ ਨਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਭਾਈ, ਕਿਤੇ ਸਾਡੇ ਚੰਗੇ ਕਰਮ ਹੋਣ ਤੇ ਫਿਰ ਕਿਤੇ ਜਾ ਕੇ ਗੁਰਮੁਖ ਹੋਏ ਵਡਿਆਈ ਮਿਲਦੀ ਹੈ ਵੀ ਸਾਨੂੰ ਨਾਮ ਮਿਲ ਜੇ, ਅਸੀਂ ਗੁਰੂ ਵਾਲੇ ਬਣ ਜਾਈਏ। ਇਹ ਵੀ ਵਡਿਆਈ ਕਰਮਾਂ ਦੀ ਮਿਲਦੀ ਹੈ। ਇਹ ਉਹਦੀ ਬਖਸ਼ਿਸ਼ ਵਰਤੇਗੀ ਤੇ ਪੂਰਾ ਗੁਰੂ ਮਿਲੇਗਾ। ਤੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਫਿਰ ਉਹਨੂੰ ਦੋ ਜਹਾਨਾਂ ਦਾ ਸੁੱਖ ਮਿਲ ਜਾਂਦਾ, ਉਹਨੂੰ ਵਡਿਆਈ ਮਿਲ ਜਾਂਦੀ ਹੈ। ਸੱਚ ਕਰਤਾ ਸੱਚ ਕਰ ਰਹਾਰ ਸੱਚ ਸਾਹਿਬ ਸੱਚ ਟੇਕ। ਉਹ ਜਿਹੜਾ ਵਾਹਿਗੁਰੂ ਸੱਚ ਹੈ ਨਾ, ਉਹ ਹੀ ਕਰਤਾ ਹੈ ਸਾਰਿਆਂ ਦਾ, ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲੋ। ਸੱਚ ਕਰਨ ਹਾਰ, ਜੋ ਕਰ ਰਿਹਾ ਹੈ ਉਹ ਵੀ ਉਹ ਪ੍ਰਮਾਤਮਾ ਕਰ ਰਿਹਾ ਹੈ। ਤੇ ਸੱਚ ਸਾਹਿਬ ਟੇਕ, ਉਹ ਸੱਚਾ ਸਾਹਿਬ ਟੇਕਦਾਰ ਉਹਦਾ ਆਸਰਾ, ਸਾਰਿਆਂ ਦਾ ਆਸਰਾ ਹੈ। ਅਸੀਂ ਰੱਬ ਦੇ ਆਸਰੇ ਜਿਉਣੇ ਆ। ਇਹਦੇ ਨਾਲ ਰੱਬ ਨੇ ਸਾਡੇ ਸਿਰ ਤੋਂ ਹੱਥ ਚੁੱਕ ਲਿਆ ਨਾ ਗੁਰਮੁਖੋ, ਇੱਕ ਸਵਾਸ ਨਹੀਂ ਜੇ ਅਸੀਂ ਲੈ ਸਕਦਾ। ਰੱਬ ਸਾਡੇ ਅੰਗ ਸੰਗੇ ਤੇ ਅਸੀਂ ਚੱਲ ਰਹੇ ਆ, ਇੱਥੇ ਬੈਠੇ ਆ, ਜਿਉਂ ਰਹੇ ਆ। ਜਿੱਦਣ ਰੱਬ ਸਾਡਾ ਸਾਥ ਛੱਡ ਕੇ ਅਸੀਂ ਖਤਮ ਹੋ ਜਾਣਾ ਹੈ। ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ। ਕਹਿੰਦੇ ਸੱਚ ਨਾਲ ਜੁੜ ਕੇ ਸੱਚ ਦਾ ਹੀ ਵਿਗਿਆਨ ਕਰਨਾ ਚਾਹੀਦਾ। ਅਸੀਂ ਕੀ ਕਰ ਰਹੇ ਹਾਂ? ਬਾਣੀ ਦੀ ਵਿਚਾਰੇ ਕੀ ਹੈ? ਸੱਚ ਦਾ ਵਿਗਿਆਨ ਹੈ। ਉਥੇ ਵੀ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਤੇ ਚ ਮੰਨ ਲਿਆ। ਗੁਰਬਾਣੀ ਸੱਚ ਹੈ, ਨਾਮ ਸੱਚ ਹੈ ਤੇ ਸੱਚੇ ਨਾਲ ਹੀ ਜੁੜਨਾ ਚਾਹੀਦਾ, ਸੱਚ ਦਾ ਵਿਗਿਆਨ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਇਹੀ ਅਸਲੀ ਬੁੱਧ ਵਿਵੇਕ ਹੈ, ਸ੍ਰੇਸ਼ਟ ਬੁੱਧੀ। ਵਿਵੇਕ ਬੁੱਧੀ ਕਹਿੰਦੇ ਮਾੜੇ ਚੰਗੇ ਦੀ ਵਿਚਾਰ ਜਿਹੜੀ ਸਮਝ ਆ ਜੇ, ਪੁੰਨ ਪਾਪ ਕੀ ਹੈ, ਚੰਗਾ ਕੀ, ਬੁਰਾ ਕੀ, ਭਲਾ ਕੀ, ਮਾੜਾ ਕੀ, ਇਹਦੀ ਸੋਝੀ ਆ ਜਾਣੀ, ਇਹਨੂੰ ਵਿਵੇਕ ਬੁੱਧੀ ਕਹਿੰਦੇ ਆ। ਮਹਾਰਾਜ ਕਹਿੰਦੇ ਸਿੱਧਾ ਅਰਥ ਕਰਦੇ ਸਿਆਣਾ ਮਨੁੱਖ ਉਹ ਹੈ ਜਿਹੜਾ ਬਾਣੀ ਦੀ ਵਿਖਿਆਨ ਕਰਦਾ ਹੈ ਜਾਂ ਸੁਣਦਾ ਹੈ ਜਾਂ ਸੱਚ ਨਾਲ ਜੁੜਦਾ ਹੈ, ਸੱਚ ਨੂੰ ਜਪਦਾ ਹੈ, ਜੀਵਨ 'ਚ ਸੱਚ ਲਿਆਉਂਦਾ ਹੈ। ਮਹਾਰਾਜ ਕਹਿੰਦੇ ਉਹਦੀ ਬੁੱਧ ਵਿਵੇਕ। ਦੋ ਚੀਜ਼ਾਂ ਇਹ ਮੰਗਦੇ ਆ ਅਰਦਾਸ 'ਚ ਰੋਜ਼ ਗੁਰੂ ਸਾਹਿਬ ਜੀ ਤੋਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਵਿਵੇਕ ਦਾਨ। ਜਿਹਦੇ ਕੋਲ ਵਿਵੇਕ ਹੈ ਉਹ ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ। ਅਸੀਂ ਮੰਗਦੇ ਨਾ ਉੱਚੀ ਮੱਤ, ਬਸ ਆ ਬੁੱਧ ਉੱਚੀ ਮੱਤ ਹੀ ਹੈ। ਵਿਵੇਕ ਬੁੱਧੀ ਉਹਦੇ ਅੰਦਰ ਆ ਜਾਂਦੀ, ਜਿਹੜੇ ਸੱਚ ਨਾਲ ਜੁੜ ਜਾਂਦੇ ਹਨ। ਸਰਬ ਨਿਰੰਤਰ ਰਬ ਰਹਿਆ ਜਪ ਨਾਨਕ ਜੀਵੈ ਏਕ। ਜਿਹੜਾ ਵਾਹਿਗੁਰੂ ਸਰਬ ਨਿਰੰਤਰ ਰੱਬ ਰਿਹਾ ਨਾ, ਸਾਰਿਆਂ ਦੇ ਅੰਦਰ ਰੱਬ ਰਿਹਾ ਤੇ ਨਾਨਕ ਉਹਨੂੰ ਜਪ ਕੇ ਜਿਉਂਦਾ ਹੈ। ਸਾਡਾ ਰੱਬ ਕਿਹੜਾ ਹੈ? ਜਿਹੜਾ ਸਾਰਿਆਂ 'ਚ ਰਮਿਆ। ਸਾਡਾ ਰੱਬ ਕਿਸੇ ਵਿਸ਼ੇਸ਼ ਜਗ੍ਹਾ ਤੇ ਨਹੀਂ ਬੈਠਾ ਵੀ ਰੱਬ ਨੂੰ ਮਿਲਣੇ ਸਾਨੂੰ 500-700 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪਏਗਾ ਫਿਰ ਰੱਬ ਦੇ ਦਰਸ਼ਨ ਹੋਣਗੇ। ਉਹ ਤੇ ਘੱਟ ਘੱਟ ਰੱਬ ਰਹਿਆ ਬਣਵਾਰੀ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਕਹਿੰਦੇ ਨਾਨਕ ਉਹਨੂੰ ਜਪ ਕੇ ਜਿਉਂਦਾ ਜਿਹੜਾ ਕਣ ਕਣ 'ਚ ਰਮਿਆ ਹੋਇਆ ਹੈ। ਤੇ ਸਾਨੂੰ ਵੀ ਗੁਰੂ ਸਾਹਿਬ ਜੀ ਉਹਦੇ ਨਾਲ ਹੀ ਜੋੜਦੇ ਜਿਹੜਾ ਕਣ ਕਣ 'ਚ ਰਮਿਆ ਹੈ ਜੀ। ਰਾਗ ਮਹਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਗੁਰੂ ਹੀ ਪਰਮੇਸ਼ਰ ਹੈ ਤੇ ਪੂਜਾ ਕਰਨੀ, ਮਨ ਤਨ ਲਾਏ ਪਿਆਰ। ਤਨ ਕਰਕੇ ਵੀ ਪਿਆਰ, ਤਨ ਬੈਠਾ ਨਾ ਸਾਡੀ ਚੌਂਕੜੀ ਮਾਰ ਕੇ, ਤਨ ਦਾ ਵੀ ਪਿਆਰ ਹੈ ਗੁਰੂ ਸਾਹਿਬ ਨਾਲ, ਚੌਂਕੜਾ ਵੱਜਾ ਹੋਇਆ ਹੈ। ਤੇ ਤਨ ਤਾਂ ਚੌਂਕੜਾ ਮਾਰਿਆ ਜੇ ਮਨ ਕਰਕੇ ਪਿਆਰ ਸੀ। ਇਹ ਦੋ ਪਿਆਰ ਸਾਨੂੰ ਹਮੇਸ਼ਾ ਕਾਇਮ ਰੱਖਣੇ ਚਾਹੀਦੇ। ਤਨ ਦਾ ਪਿਆਰ ਵੀ, ਤਨ ਦੇ ਪਿਆਰ ਦਾ ਅਰਥ ਕੀ ਹੈ ਵੀ ਗੁਰੂ ਸਾਹਿਬ ਜੀ ਦੇ ਕਕਾਰ ਸਾਡੇ ਤਨ ਤੇ ਆ ਜਾਣਾ। ਤੇ ਮਨ ਦਾ ਪਿਆਰ ਹੈ ਵੀ ਮਨ ਕਰਕੇ ਵੀ ਜੁੜੇ ਹੈ। ਜਿਹੜਾ ਮਨ ਕਰਕੇ ਜੁੜਦਾ ਤਨ ਵੀ ਉਹਦਾ ਹੀ ਫਿਰ ਉਹਦੀ ਗੁਰਮਤਿ 'ਚ ਆਉਂਦਾ ਹੈ। ਤਨ ਵੀ ਉਹਦਾ ਹੀ ਪ੍ਰਵਾਨ ਹੈ ਜਿਹੜਾ ਮਨ ਕਰਕੇ ਜੁੜ ਜਾਂਦਾ ਹੈ। ਕਈ ਵੈਸੇ ਕਹਿੰਦੇ ਸੀ ਮੇਰਾ ਅੰਦਰੋਂ ਬਹੁਤ ਪਿਆਰ ਹੈ, ਮੈਂ ਬਾਹਰੋਂ ਨਹੀਂ ਲੱਗਦਾ ਵੀ ਮੈਂ ਧਾਰਮਿਕ ਹੋਵਾਂਗਾ। ਜੇ ਤੇਰਾ ਅੰਦਰੋਂ ਪਿਆਰ ਹੁੰਦਾ ਬਾਹਰੋਂ ਮੈਨੂੰ ਧਾਰਮਿਕ ਹੀ ਦਿਸਣਾ ਹੈ। ਬਾਹਰੋਂ ਫਿਰ ਆਪੇ ਧਾਰਮਿਕ ਬਣ ਜਾਂਦਾ ਜੇ ਅੰਦਰ ਪਿਆਰ ਹੈ। ਤੇ ਮਹਾਰਾਜ ਇੱਥੇ ਕਹਿੰਦੇ ਆ ਗੁਰ ਪਰਮੇਸ਼ਰ ਪੂਜੀਏ। ਸਾਡਾ ਗੁਰੂ ਰੱਬ ਹੈ। ਗੁਰ ਪਰਮੇਸ਼ਰ ਏਕੋ ਜਾਣ ਸਿੱਖਾ, ਤੇਰੇ ਅੰਦਰ ਗੁਰੂ ਤੇ ਰੱਬ 'ਚ ਅੰਤਰ ਨਹੀਂ ਹੋਣਾ ਚਾਹੀਦਾ। ਤੇ ਉਹਨੂੰ ਪੂਜ ਦਾ ਤੇ ਜਪਣਾ, ਬਾਣੀ ਪੜ੍ਹਨੀ ਹੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ ਹੈ।
ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੇ ਪੂਜਨ ਹੋਵੇ। ਰੱਬ ਦਾ ਨਾਮ ਜਪਣਾ, ਵਾਹਿਗੁਰੂ 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 ਕਹਿਣਾ, ਮੂਲ ਮੰਤਰ ਦਾ ਜਾਪ ਕਰਨਾ ਹੀ ਰੱਬ ਦੀ ਪੂਜਾ ਹੈ। ਹੋਰ ਕੋਈ ਆਰਤੀ ਨਹੀਂ ਅਸੀਂ ਉਤਾਰਨੀ ਹੈ, ਅਸੀਂ ਜਪ ਕੇ ਪੂਜਾ ਕਰਨੀ ਹੈ। ਤੇ ਮਹਾਰਾਜ ਕਹਿੰਦੇ ਗੁਰੂ ਤੇ ਰੱਬ ਚ ਅੰਤਰ ਕੋਈ ਨਹੀਂ ਹੈ, ਮਨ ਲਾ ਕੇ ਉਹਦੀ ਸੇਵਾ ਦੇ ਵਿੱਚ ਜੁੜਨਾ। ਕਾਜ ਸਤਿਗੁਰ ਦਾਤਾ ਜੀ ਕਾ ਸਭ ਸਦੇ ਆਧਾਰ। ਸਤਿਗੁਰੂ ਜੀ ਦਾ ਦਾਤਾ ਹੈ ਤੇ ਸਾਰਿਆਂ ਨੂੰ ਸਭ ਕੁਝ ਦਿੰਦਾ ਹੈ। ਚਲੋ ਬਹੁਤੇ ਸਰੀਰ ਦੇ ਦਾਤੇ ਮਿਲ ਜਾਣਗੇ। ਇੱਕ ਸਾਖੀ ਇਹ ਗੱਲ ਪ੍ਰਗਟ ਕਰਦੀ ਨਾ ਵੀ ਇੱਕ ਘਾਈਆ ਸਿੱਖ, ਦੋ ਤੰਬੂ ਲੱਗੇ ਨੇ, ਇੱਕ ਪਾਸੇ ਜਹਾਂਗੀਰ ਦਾ, ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਦਾ। ਉਹ ਘਾਈਆ ਭੁਲੇਖੇ ਨਾਲ ਚਲਾ ਜਾਂਦਾ ਜਹਾਂਗੀਰ ਦੇ ਤੰਬੂ 'ਚ, ਘਾਹ ਦੀ ਪੰਡ ਰੱਖ ਕੇ, ਟਕਾ ਰੱਖ ਕੇ ਉਹ ਮੱਥਾ ਟੇਕ ਦਿੰਦਾ। ਤੇ ਜਦੋਂ ਉਹਨੇ ਜਹਾਂਗੀਰ ਨੇ ਵੇਖਿਆ ਵੀ ਇਹ ਗਲਤੀ ਨਾਲ ਆ ਗਿਆ ਤੰਬੂ ਗੁਰੂ ਹਰਗੋਬਿੰਦ ਸਾਹਿਬ ਦੇ ਜਾਣ ਨਾਲ, ਕਿਉਂਕਿ ਉਹ ਸਲਾਮ ਕਰਦੇ, ਅਸੀਂ ਮੱਥਾ ਟੇਕਦੇ ਆ। ਤੇ ਉਹ ਜਹਾਂਗੀਰ ਕਹਿੰਦਾ ਦੱਸ ਵੀ ਕੀ ਚਾਹੀਦਾ। ਉਹ ਸਿੱਖ ਸੀ ਘਾਈਆ ਜਿਹੜਾ, ਕਹਿੰਦਾ ਜੀ ਲੋਕ ਪਰਲੋਕ ਦਾ ਹੀ ਸੁੱਖ ਦੇ ਦਿਓ, ਹਲਤ ਪਲਤ ਸਵਾਰ ਦਿਓ। ਤੇ ਜਹਾਂਗੀਰ ਕਹਿੰਦਾ ਵੀ ਮੈਂ ਤੈਨੂੰ ਦੁਨਿਆਵੀ ਦਾਤ ਜੋ ਮੰਗੇ ਤੈਨੂੰ ਦੇ ਸਕਦਾ, ਤੇਰਾ ਪਰਲੋਕ ਨਹੀਂ ਸਵਾਰ ਸਕਦਾ ਕਿਉਂਕਿ ਤਾਕਤ ਮੇਰੇ ਕੋਲ ਨਹੀਂ ਹੈ, ਜਹਾਂਗੀਰ ਜੀ ਨੇ ਕਿਹਾ। ਤੇ ਉਹ ਘਾਈਏ ਨੇ ਜਲਦੀ ਜਲਦੀ ਕਹਿੰਦਾ ਇਹਦਾ ਮਤਲਬ ਫਿਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਹੀਂ ਹੋ। ਕਹਿੰਦਾ ਨਹੀਂ, ਮੈਂ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਹੈ। ਉਹਨੇ ਪੰਡ ਚੁੱਕੀ ਸਿਰ ਤੇ ਟਕਾ ਆਪਣੀ ਜੇਬ 'ਚ ਪਾਇਆ। ਜਹਾਂਗੀਰ ਕਹਿੰਦਾ ਕਿਸੇ ਨੂੰ ਭੇਟਾ ਕਰਕੇ ਉਹਨੂੰ ਬੇਇੱਜ਼ਤ ਨਹੀਂ ਕਰੀਦਾ। ਇਸ ਟਕੇ ਦੇ ਘਾਹ ਦੀ ਪੰਡ ਦੇ ਬਦਲੇ ਦੱਸ ਕਿੰਨੇ ਪਿੰਡ ਤੇਰੇ ਨਾਂ ਲਿਖਾ ਦਿਆਂ, ਪਤਾ ਕਰ ਦੇਣਾ ਤੇਰੇ ਨਾਮ ਪਿੰਡਾਂ ਦਾ, ਉਹਦਾ ਮਾਮਲਾ ਗਰਾ ਲਿਆ ਕਰੀ। ਤੇ ਉਹ ਜਿਹੜਾ ਘਾਈਆ ਸਿੱਖ ਉਹ ਕਹਿਣ ਲੱਗਾ ਮੈਂ ਪਿੰਡ ਲੈਣ ਨਹੀਂ ਇੱਥੇ ਆਇਆ, ਮੈਂ ਜ਼ਮੀਨ ਦਾ ਪਤਾ ਲਿਖਾਉਣ ਨਹੀਂ ਆਇਆ, ਮੈਂ ਗੁਰੂ ਦੀ ਖੁਸ਼ੀ ਲੈਣ ਆਇਆ ਹਾਂ। ਮੇਰੇ ਵਾਸਤੇ ਖੁਸ਼ੀ ਵੱਡੀ ਹੈ ਗੁਰੂ ਸਾਹਿਬ ਦੀ, ਮੇਰੇ ਵਾਸਤੇ ਕੋਈ ਜ਼ਮੀਨ ਵੱਡੀ ਮੈਨੇ ਨਹੀਂ ਰੱਖਦੀ ਹੈ। ਕਹਿੰਦਾ ਨਹੀਂ ਫਿਰ ਇਹ ਨਾਂ ਦਾ ਦੱਸ ਕੀ ਚਾਹੀਦਾ, ਘਰ ਪਾ ਦੇਣੇ ਜੋ ਕੁਝ ਚਾਹੀਦਾ ਹੈ। ਉਹ ਕਹਿਣ ਲੱਗਾ ਮੈਨੂੰ ਕੁਝ ਨਹੀਂ ਚਾਹੀਦਾ, ਸਰੀਰ ਦੀ ਸਹੂਲਤ ਵਾਸਤੇ ਅੱਜ ਮੈਨੂੰ ਦਾਤ ਨਹੀਂ ਚਾਹੀਦੀ, ਮੈਂ ਅੰਦਰ ਮੇਰਾ ਖਿੜ ਜੇ ਮੈਂ ਉਹ ਦਾਤ ਲੈਣ ਆਇਆ। ਉਹਨੇ ਪੰਡ ਚੁੱਕੀ ਨਿਕਲਿਆ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਤੰਬੂ 'ਚ ਚਲਾ ਗਿਆ। ਜਹਾਂਗੀਰ ਆਪਣੇ ਤੰਬੂ 'ਚੋਂ ਨਿਕਲਿਆ, ਵੇਖਾਂ ਗੁਰੂ ਸਾਹਿਬ ਜੀ ਨੂੰ ਦਿੰਦੇ ਕੀ ਹੈ। ਇਹ ਗੁਰੂ ਸਾਹਿਬ ਨੇ ਘੁੱਟ ਕੇ ਇਹਨੂੰ ਲਿਬੜੇ ਤਿਬੜੇ ਨੂੰ ਘਾਹ ਖੋਦ ਕੇ ਆਇਆ, ਆਪਣੇ ਗੱਲ ਨਾਲ ਲਾ ਲਿਆ। ਕਹਿੰਦੇ ਸਿੱਖਾ ਕੀ ਚਾਹੀਦਾ, ਇਹਨੇ ਭੇਟਾ ਦਿੱਤੀ, ਟਕਾ ਰੱਖਿਆ, ਮੱਥਾ ਟੇਕਿਆ। ਕਹਿੰਦਾ ਜੀ ਲੋਕ ਪਰਲੋਕ ਸਵਾਰ ਦਿਓ। ਮਹਾਰਾਜ ਸਿਰ ਤੇ ਹੱਥ ਰੱਖ ਕਹਿੰਦੇ ਬਸ ਗੁਰੂ ਚਰਨਾਂ ਨਾਲ ਜੁੜਾ ਨਹੀਂ, ਗੁਰੂ ਤੈਨੂੰ ਨਰਕਾਂ 'ਚ ਨਹੀਂ ਡਿੱਗਣ ਦੇਵੇਗਾ। ਤੇ ਉਹ ਹੈਰਾਨ ਹੋ ਗਿਆ ਜਹਾਂਗੀਰ, ਕਹਿੰਦਾ ਸਿੱਖ ਕਮਾਲ ਦੀ ਗੱਲ, ਇਹਨੂੰ ਜੀ ਦਾ ਦਾਤਾ। ਮਹਾਰਾਜ ਨੇ ਹੁਣ ਸਰੀਰ ਦੀ ਸਹੂਲਤ ਕੋਈ ਨਹੀਂ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ, ਮਹਾਰਾਜ ਨੇ ਜੀ ਦਾ ਦਾਨ ਦਿੱਤਾ ਹੈ, ਉਹਦੀ ਆਤਮਾ ਨੂੰ ਪ੍ਰਸੰਨ ਕੀਤਾ ਹੈ। ਗੁਰਮੁਖੋ ਦੁਨਿਆਵੀ ਸਹੂਲਤਾਂ ਜਿੰਨੀਆਂ ਮਰਜ਼ੀ ਜਿਹਦੇ ਕੋਲ ਹੋਣ, ਜੇ ਆਤਮਿਕ ਤੌਰ ਤੇ ਉਹ ਪ੍ਰਸੰਨ ਨਹੀਂ ਤੇ ਦੁਨਿਆਵੀ ਸਹੂਲਤਾਂ ਦਾ ਵੀ ਕੀ ਕਰਨਾ ਹੈ। ਜੇ ਏਸੀ ਰੂਮ 'ਚ ਪਿਆ ਬੰਦਾ ਅੰਦਰੋਂ ਅੱਗ ਦੀ ਤਰ੍ਹਾਂ ਬਣ ਰਿਹਾ, ਹਿਰਦਾ ਅੱਗ ਦੀ ਤਰ੍ਹਾਂ ਸੜ ਰਿਹਾ, ਦੱਸੋ ਏਸੀ ਉਹਨੂੰ ਫਿਰ ਠੰਡ ਦੇਵੇਗਾ? ਬਿਲਕੁਲ ਨਹੀਂ। ਉਹਨੂੰ ਸਰੀਰ ਠੰਡਾ ਰੱਖਣ ਦੀ ਸਹੂਲਤ ਮਿਲ ਸਕਦੀ ਹੈ, ਅੰਦਰੋਂ ਉਹ ਸੀਤਲ ਹੋ ਜਾਏ ਤੇ ਗੁਰੂ ਸਾਹਿਬ ਬਖਸ਼ਿਸ਼ ਵਰਤਾਏਗਾ ਤੇ ਤਾਂ ਵਰਤਣੀ ਹੈ। ਵੈਸੇ ਪੁਰਾਤਨ ਸਿੱਖ ਸਰੀਰ ਦੀ ਸਹੂਲਤ ਵਾਸਤੇ ਮੰਗਦੇ ਹੀ ਕੁਝ ਨਹੀਂ, ਉਹ ਜੀ ਦਾ ਦਾਨ ਮੰਗਦੇ ਹਨ। ਮਹਾਰਾਜ ਨਾਮ ਦੀ ਦਾਤ ਦਿਓ ਜੀ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ। ਸੱਚਾ ਵਿਚਾਰ ਕੀ ਹੈ? ਸਾਰਿਆਂ ਤੋਂ ਸ੍ਰੇਸ਼ਟ ਕਰਮ ਕੀ ਹੈ? ਗੁਰੂ ਦੇ ਬਚਨ ਦੀ ਵਿਚਾਰ ਕਰਨੇ। ਅਸੀਂ ਇਸ ਟਾਈਮ ਸਭ ਤੋਂ ਉੱਤਮ ਕੰਮ ਕਰ ਰਹੇ ਹਾਂ। ਸਾਰੇ ਕੰਮ ਦੁਨੀਆ ਦੇ ਇੱਕ ਪਾਸੇ ਰੱਖ ਦਿਓ, ਸਭ ਤੋਂ ਸ੍ਰੇਸ਼ਟ ਕੰਮ ਆ ਹੀ ਹੈ ਜਿਹੜਾ ਅਸੀਂ ਕਰ ਰਹੇ ਹਾਂ। ਹਮਾਰੇ ਨੇ ਲਿਖ ਕੇ ਦਿੱਤਾ, ਅੱਜ ਕਹਿ ਹੀ ਦਿੱਤਾ ਵੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ। ਸਤਿਗੁਰ ਬਚਨ ਕਮਾਵਣੇ, ਗੁਰੂ ਦੇ ਬਚਨ ਸੁਣ ਕੇ ਕਮਾਉਣਾ। ਸੱਚਾ ਇਹੋ ਵਿਚਾਰ, ਸੱਚੀ ਸੁੱਚੀ ਵਿਚਾਰ ਤੇ ਇਹ ਹੀ ਹੈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨਣਾ। ਹੋਰ ਤੇ ਸਾਰੇ ਪਾਸੇ ਮੈਲ ਹੀ ਲੱਗਦੀ ਹੈ। ਹੋਰ ਤੇ ਠੱਗੀਆਂ ਠੋਰੀਆਂ ਧੋਖੇ ਕਰਦੇ ਆ, ਇੱਕ ਦੂਜੇ ਦੇ ਨਾਲ ਝੂਠ ਬੋਲਿਆ, ਚੁਗਲੀ ਕਰ ਲਈ, ਨਿੰਦਿਆ ਕਰ ਲਈ। ਉਹ ਤੇ ਇੱਕ ਸ਼ਬਦ ਦੀ ਵਿਚਾਰ ਕਰਨੀ ਸੱਚਾ ਸੁੱਚਾ ਕਰਮ ਹੈ। ਗੁਰੂ ਦੇ ਬਚਨ ਕਮਾਉਣੇ ਸ੍ਰੇਸ਼ਟ ਕਰਮ ਹੈ, ਸ੍ਰੇਸ਼ਟ ਵਿਚਾਰ ਹੈ। ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਸਾਧ। ਸਾਧੂ ਸੰਗਤ ਉੱਤੇ ਆਉਣ ਤੋਂ ਬਗੈਰ ਮਾਇਆ ਮੋਹ ਸਭ ਸਾਰ। ਮਾਇਆ ਦਾ ਮੋਹ ਹੈ ਤੇ ਸਵਾਹ ਸਭ ਕੁਝ। ਧਰਮ ਦੀ ਦੁਨੀਆ 'ਚ ਕੁਝ ਵੀ ਕੰਮ ਆਉਣ ਵਾਲਾ ਨਹੀਂ ਹੈ। ਜੇ ਜੀਵਨ 'ਚ ਗੁਰੂ ਨਹੀਂ ਹੈ, ਨਾਮ ਨਹੀਂ ਹੈ, ਚੰਗੇ ਗੁਣ ਨਹੀਂ ਹੈ, ਤੇ ਮਹਾਰਾਜ ਕਹਿੰਦੇ ਕੱਖ ਵੀ ਨਹੀਂ ਬੰਦੇ ਦੇ ਕੋਲ। ਬਿਨ ਸਾਧੂ ਸੰਗਤ ਰਤਿਆ, ਜੇ ਕੋਈ ਆਣ ਕੇ ਗੁਰੂ ਦੀ ਸੰਗਤ 'ਚ ਰਤਿਆ ਨਹੀਂ ਗਿਆ ਨਾ, ਮਾਇਆ ਮੋਹ ਸਭ ਸਾਧ। ਮਾਇਆ ਮੋਹ ਤੇ ਫਿਰ ਸਭ ਸਵਾਹ ਹੀ ਹੈ ਜੀ। ਮੇਰੇ ਸਾਜਨ
ਹਰ ਹਰ ਨਾਮ ਸੰਭਾਲ। ਇਹ ਮੇਰੇ ਮਿੱਤਰ ਸਾਜਣ ਮਿੱਤਰ ਨੂੰ ਕਹਿੰਦੇ ਨਾਮ ਦੀ ਸੰਭਾਲ ਕਰ। ਇਹਨਾਂ ਦੇ ਅਰਥ ਕਰਨ ਦੀ ਬਹੁਤੀ ਲੋੜ ਨਹੀਂ ਹੈ। ਜਿਵੇਂ ਮੈਂ ਇਸ ਕਾਕੇ ਨੂੰ ਕਹਿ ਰਿਹਾ ਮਿੱਤਰਾ ਵੀ ਨਾਮ ਜਪ ਲਿਆ ਕਰ, ਮਹਾਰਾਜ ਇਸ ਤਰ੍ਹਾਂ ਹੀ ਸਾਨੂੰ ਕਹਿ ਰਹੇ ਆ ਭਾਈ ਨਾਮ ਜਪਿਆ ਕਰ। ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਘਾਲ। ਹਾਂ, ਗੁਰੂ ਦੀ ਸੰਗਤ ਚਾਣ ਕੇ ਤੇਰੇ ਮਨ 'ਚ ਰੱਬ ਨੇ ਵਸਣਾ ਹੀ, ਇਹ ਤੇਰੀ ਘਾਲ ਪੂਰਨ ਹੋਏਗੀ। ਕਈ ਵਾਰੀ ਨਾ ਬੱਚੇ ਵੇਖੋ ਘਾਲਣਾ ਘਾਲਦੇ ਵੀ ਪੜ੍ਹਦੇ ਹੈ, ਬੱਚੇ ਨੇ ਚੰਗੇ ਕੋਰਸ ਕੀਤੇ ਤੇ ਉਹਦਾ ਟੀਚਾ ਸੀ ਮੈਨੂੰ ਨੌਕਰੀ ਮਿਲੇ ਚੰਗੀ। ਜਿੱਦਣ ਨੌਕਰੀ ਮਿਲ ਗਈ ਉਹਦੀ ਜਿਹੜੀ 20 ਸਾਲ ਦੀ ਘਾਲਣਾ ਉਹਦੀ ਫਿਰ ਸਫਲ ਹੁੰਦੀ ਜਿੱਦਣ ਉਹਨੂੰ ਨੌਕਰੀ ਮਿਲਦੀ ਹੈ। ਤੇ ਸਾਡੀ ਘਾਲਣਾ ਉਦੋਂ ਆ ਸਫਲ ਹੋਣੀ ਜਿੱਦਣ ਸਾਨੂੰ ਰੱਬ ਮਿਲੇਗਾ ਜੀ। ਸਾਡੀ ਆ ਘਾਲ ਨਾ ਜਿਹੜੀ ਅਸੀਂ ਆਏ, ਇਹ ਘਾਲ ਹੈ ਸਾਡੀ। ਅਸੀਂ ਬੈਠੇ ਕੰਮ ਛੱਡ ਕੇ ਬੈਠੇ ਮਹਾਰਾਜ ਦੇ ਕੋਲ ਆਣ ਕੇ ਬੈਠੇ ਆ। ਆ ਭੈਣਾਂ ਆਉਂਦੀਆਂ ਨੇ ਇਸ ਟਾਈਮ, ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੈ, ਕਿਸੇ ਨੇ ਕੰਮ ਤੇ ਜਾਣਾ, ਬੱਚਿਆਂ ਨੇ ਜਾਣਾ, ਘਰ ਵਾਲਿਆਂ ਨੇ ਜਾਣਾ, ਪ੍ਰਸ਼ਾਦਾ ਪਾਣੀ ਪਕਾ ਕੇ ਦੇਣਾ। ਬਹੁਤੇ ਫਿਰ ਟਿਫਨ ਤਿਆਰ ਕਰਕੇ ਆਉਂਦੇ ਨੇ, ਕਈਆਂ ਨੇ ਜਲਦੀ ਉੱਠ ਕੇ ਜਾ ਕੇ ਭਾਈ 9 ਵਜੇ ਤੱਕ ਸਾਰੀ ਸੈਟਿੰਗ ਕਰਨੀ ਹੈ। ਆ ਸਾਡੀ ਘਾਲਣਾ ਹੀ ਤੇ ਹੈ ਵੀ ਅਸੀਂ ਸਮਾਂ ਕੱਢ ਰਹੇ ਹਾਂ। ਇਹ ਘਾਲ ਇੱਕ ਦਿਨ ਥਾਏ ਪਏਗੀ ਸਾਡੀ। ਘਾਲਿਆ ਕਿਸੇ ਕਾ ਇੱਕ ਤਿਲ ਨਾ, ਆਪ ਜੀ ਤਾਂ ਬੈਠਦੇ ਹੋ ਨਾ ਘੰਟਾ ਚੌਂਕੜਾ ਮਾਰ ਕੇ, ਇੱਥੇ ਕੋਈ ਗੇੜਾ ਮਾਰ ਕੇ ਮੁੜ ਜੇ ਵੀ ਉਹਦੀ ਘਾਲਣਾ ਤੇ ਉਹਦਾ ਵੀ ਫਲ ਮਿਲਦਾ। ਬੈਠਣ ਦਾ ਤੇ ਬਹੁਤ ਫਲ ਮਿਲਦਾ ਜੇ ਅਸੀਂ ਸੁਣਦੇ। ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਪੰਕਤੀਆਂ ਦਾ। ਵੈਸੇ ਵੀ ਕੋਈ ਆ ਕੇ ਇੱਥੇ ਚਲਾ ਜਾਂਦਾ ਨਾ, ਇਹ ਵੀ ਉਹਦੀ ਘਾਲਣਾ, ਇਹਦਾ ਫਲ ਮਿਲਦਾ। ਤਿਲ ਮਾਤਰ ਵੀ ਕਿਸੇ ਦਾ ਘਾਲਿਓ ਉਹ ਅਜਾਈ ਨਹੀਂ ਜਾਣ ਦਿੰਦਾ ਹੈ ਜੀ। ਗੁਰ ਸਮਰੱਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ। ਗੁਰੂ ਸਮਰੱਥ, ਗੁਰੂ ਅਪਾਰ ਬੇਅੰਤ ਤੇ ਗੁਰ ਵਡ ਭਾਗੀ ਦਰਸ਼ਨ ਹੋਏ। ਵਡ ਭਾਗਾ ਬੰਦਾ ਹੈ ਜਿਹਨੂੰ ਗੁਰੂ ਦੇ ਦਰਸ਼ਨ ਹੁੰਦੇ ਆ। ਗੁਰੂ ਸਮਰੱਥ, ਗੁਰੂ ਰੱਬ ਹੈ, ਉਹ ਵੱਡੇ ਭਾਗਾ ਵਾਲਾ ਜਿਹੜਾ ਆ ਕੇ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ। ਗੁਰ ਅਗੋਚਰ ਨਿਰਮਲਾ ਗੁਰ ਜੀਵਨ ਅਵਰ ਨ ਕੋਇ। ਬੜੇ ਧਿਆਨ ਦੇ ਕੇ ਪੰਕਤੀਆਂ ਸੁਣੋ। ਜਦੋਂ ਕਾਕਾ ਪੜ੍ਹ ਰਿਹਾ ਇਹਦੀ ਅਰਥ ਕਰਨ ਦੀ ਲੋੜ ਨਹੀਂ ਹੈ। ਗੁਰ ਅਗੋਚਰ ਇੰਦਰੀਆਂ ਤੋਂ ਪਰੇ ਹੈ, ਨਿਰਮਲਾ ਪਵਿੱਤਰ ਹੈ, ਗੁਰ ਜੀਵਨ ਅਵਰ ਨ ਕੋਇ। ਬੜੀ ਪਿਆਰੀ ਪੰਕਤੀ। ਗੁਰੂ ਵਰਗਾ, ਗੁਰੂ ਗ੍ਰੰਥ ਸਾਹਿਬ ਵਰਗਾ ਸੰਸਾਰ 'ਚ ਹੋਰ ਕੋਈ ਦੂਸਰਾ ਗੁਰੂ ਨਹੀਂ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਰਨ ਕਲ ਰਾਖੀ ਮੇਰੀ। ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ। ਗੁਰੂ ਕਰਤਾ, ਗੁਰੂ ਜੋ ਚਾਹੇ ਕਰ ਸਕਦਾ ਹੈ। ਗੁਰੂ ਹੀ ਕਰਨਹਾਰ ਹੈ, ਗੁਰਮੁਖ ਸੱਚੀ ਸੋਏ। ਜਿਹੜਾ ਗੁਰਮੁਖ ਬਣ ਜਾਂਦਾ ਉਹਦੀ ਸੱਚੀ ਸ਼ੋਭਾ ਵੀ ਹੁੰਦੀ ਹੈ। ਗੁਰੂ ਕੋਲ ਇੱਕ ਪਾਵਰ ਹੈ, ਉਹ ਜੋ ਚਾਹੇ ਕਰ ਸਕਦਾ ਹੈ। ਜੋ ਰੱਬ ਕਰ ਸਕਦਾ ਉਹ ਗੁਰੂ ਕਰ ਸਕਦਾ ਹੈ। ਤਾਂ ਸਾਡਾ ਗੁਰੂ ਰੱਬ ਵਰਗਾ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਜਪ ਜਾਂਦੇ ਗੁਰਮੁਖ ਬਣ ਜਾਂਦੇ, ਸੱਚੀ ਵਡਿਆਈ ਸ਼ੋਭਾ ਹੁੰਦੀ ਹੈ। ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ। ਮਹਾਰਾਜ ਕਹਿੰਦੇ ਗੁਰੂ ਤੋਂ ਬਾਅਦ ਜੀਵਨ ਕੱਖ ਦਾ ਵੀ ਨਹੀਂ ਹੈ। ਗੁਰ ਤੇ ਬਾਅਦ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ। ਗੁਰੂ ਜੋ ਚਾਹੁੰਦੇ ਉਹ ਕਰਦਾ ਹੈ। ਅਸੀਂ ਇੱਕ ਨਾਲ ਅਰਦਾਸ ਕਰਦੇ, ਕੀਤਾ ਲੋੜੀਏ ਕੰਮ ਸੋ ਹਰਿ ਪੈ। ਹੁਣ ਹਰ ਨੂੰ ਜੋ ਚੰਗਾ ਲੱਗਦਾ, ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਕਿਛ ਕਰ ਹਮ ਸਾਕੇ ਜਿਉ ਭਾਵੇ ਤਿਵੈ। ਸਾਡੇ ਹੱਥ ਕੋਈ ਜ਼ੋਰ ਨਹੀਂ ਹੈ, ਅਸੀਂ ਤੇ ਅਰਦਾਸ ਹੀ ਕਰ ਸਕਦੇ ਹਾਂ। ਜੇ ਸੱਗੇ ਜ਼ੋਰ ਨਾ ਚੱਲੀ ਖੜੇ ਕੀਚੈ, ਅਸੀਂ ਧੱਕੇ ਨਾਲ ਥੋੜੀ ਜਿਹੀ ਗੁਰੂ ਤੋਂ ਲੈ ਸਕਦੇ ਹਾਂ। ਤਰਲਾ ਕਰ ਸਕਦੇ ਹਾਂ। ਹੁਣ ਗੁਰੂ ਤਰੁੱਠੇਗਾ ਤੇ ਜੋ ਮਰਜ਼ੀ ਦੇ ਦੇ। ਸਾਚੇ ਸਾਹਿਬਾ ਕਿਆ ਨਾਹੀ ਘਰ, ਤੇਰੇ ਘਰ ਤਾਂ ਤੇਰਾ ਸਭ ਕੁਝ। ਗੁਰੂ ਗੁਰੂ ਜਪਣਾ ਸ਼ੁਰੂ ਕਰ ਦਿਓ ਜੀ, ਤੇ ਜੋ ਫਿਰ ਇੱਛਾ ਗੁਰੂ ਪੂਰੀ ਕਰਦਾ, ਸਾਰਾ ਕੁਝ ਉਹਦੇ ਦਰ ਘਰ ਦੇ ਅੰਦਰ ਹੈ। ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ। ਗੁਰੂ ਤੀਰਥ ਵੀ ਹੈ, ਗੁਰੂ ਪਾਰਜਾਤ ਇੱਕ ਦਰਖਤ ਹੈ। ਹਿੰਦੂ ਧਰਮ ਦੇ ਅੰਦਰ 5 ਦਰਖਤ ਨੇ, ਉਹਨਾਂ 'ਚੋਂ ਇੱਕ ਪਾਰਜਾਤ ਹੈ। ਜੋ ਮੰਗੀ ਉਹਦੇ ਤੋਂ ਮਿਲਦਾ ਹੈ। ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਇੱਕ ਪ੍ਰੇਮੀ ਦੇ ਘਰੇ ਦਰਖਤ ਪੁੱਟ ਕੇ ਲਾ ਦਿੱਤਾ ਹੈ, ਜਿਹੜਾ ਉਹਦਾ ਭਗਤ ਸੀ। ਤੇ ਕਹਿੰਦੇ ਵੀ ਗੁਰੂ ਹੀ ਦਾਤਾ, ਗੁਰੂ ਹੀ ਤੀਰਥ ਹੈ, ਗੁਰੂ ਹੀ ਜਿਹੜਾ ਪਾਰਜਾਤ ਹੈ, ਭਾਵਕ ਗੁਰੂ ਤੋਂ ਜੋ ਮੰਗੀਏ ਮਿਲਦਾ। ਗੁਰ ਮਨਸਾ ਪੂਰਨ, ਮਨਸਾ ਮਨ ਦੀ ਇੱਛਾ ਜੋ ਮੰਗੀਏ ਉਹ ਮਿਲਦਾ। ਮਨ ਦੀਆਂ ਸਾਰੀਆਂ ਇੱਛਾ ਗੁਰੂ ਪੂਰੀਆਂ ਕਰ ਦਿੰਦਾ ਹੈ। ਗੁਰ ਦਾਤਾ ਹਰਿ ਨਾਮ ਦੇ ਉਦਰੈ ਸਭ ਸੰਸਾਰ। ਗੁਰੂ ਨਾਮ ਦਾ ਦਾਤਾ ਹੈ ਤੇ ਨਾਮ ਦੀ ਦਾਤ ਦੇ ਦਿੰਦਾ ਹੈ, ਤੇ ਨਾਮ ਨਾਲ ਜੁੜ ਕੇ ਉਧਰੈ ਸਭ ਸੰਸਾਰ। ਸਾਰਾ ਸੰਸਾਰ ਉਧਰ ਜਾਂਦਾ, ਪਾਰ ਹੋ ਜਾਂਦਾ ਭਵ ਸਾਗਰ ਤੋਂ। ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ। ਗੁਰੂ ਸਮਰੱਥ ਹੈ, ਗੁਰੂ ਨਿਰੰਕਾਰ ਹੈ, ਗੁਰੂ ਉੱਚਾ ਹੈ, ਅਗਮ ਹੈ, ਅਪਾਰ ਹੈ, ਬੇਅੰਤ ਹੈ, ਜਿਹਦਾ ਕੋਈ ਪਾਰਲਾ ਪਾਸਾ ਨਹੀਂ। ਉਹ ਸਮਰੱਥ, ਉਹਦੀ ਪਹੁੰਚ ਰੱਬ ਤੱਕ ਹੈ, ਰੱਬ ਹੀ ਹੈ।
ਸਮਰੱਥ, ਅਪਾਰ, ਇਹ ਸਾਰੇ ਅਰਥ ਨੇ ਵੀ ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਗੁਰੂ ਦੇ ਅੰਦਰ। ਜੋ ਚਾਹੇ ਕਰ ਸਕਦਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਕ ਤੇ ਮੇਰ ਕਰਾਵੇ, ਧਰਤੀ ਤੇ ਅਸਮਾਨ ਚੜਾਵੇ, ਚੜ੍ਹੇ ਅਸਮਾਨ ਗਿਰਾਵੇ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਵਰਤਦੀ। ਉਹ ਦਰਖਤ ਨਾਲੋਂ ਮਠਿਆਈਆਂ ਝਾੜ ਸਕਦਾ ਹੈ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨ ਹਾਲ। ਗੁਰੂ ਦੀ ਮਹਿਮਾ ਅਗਮ, ਇਹਨੂੰ ਕਥਿਆ ਨਹੀਂ ਜਾ ਸਕਦਾ। ਗੁਰੂ 'ਚ ਕਿੰਨੇ ਕੁ ਗੁਣ ਅਸੀਂ ਬਿਆਨ ਨਹੀਂ ਕਰ ਸਕਦੇ ਹਾਂ। ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣ ਲਈ ਹੈ ਕਿ ਅਸੀਂ ਪੂਰਨ ਤੌਰ ਤੇ ਗੁਰੂ ਨੂੰ ਜਾਣ ਗਏ ਹਾਂ? ਬਿਲਕੁਲ ਨਹੀਂ। ਬਹੁਤ ਵੱਡਾ ਗੁਰੂ। ਅਕਥ ਦੀ ਕਦੇ ਕਥਾ ਨਹੀਂ ਪੈ ਸਕਦੀ ਹੈ। ਅੱਲਾ ਯਾਰ ਖਾਂ ਜੋ ਵੀ ਕਹਿੰਦਾ 42 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ। 42 ਸਾਲਾਂ 'ਚ ਗੁਰੂ ਜੋ ਕਰ ਗਏ ਨਾ, 42,000 ਸਾਲ ਮੇਰੀ ਉਮਰ ਹੋ ਜਾਏ ਮੈਂ ਉਹ ਲਿਖ ਕੇ ਨਹੀਂ ਜੇ ਤੁਹਾਨੂੰ ਸੰਗਤ ਜੀ ਦੇ ਸਕਦਾ। 42 ਸਾਲਾਂ 'ਚ ਮਹਾਰਾਜ ਨੇ ਜੋ ਕੀਤਾ ਹੈ, ਸਾਡੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਗੁਰੂ ਦੀ ਜਿਹੜੀ ਸਮਰੱਥਾ ਹੈ। ਜਿਤੜੇ ਫੜ ਮਨ ਬਾਂਸ਼ੀਆ ਹੈ, ਤਿਤੜੇ ਸਤਿਗੁਰ ਪਾਸ। ਬੜਾ ਜਿਤੜੇ ਫਲ ਤੂੰ ਬਾਂਛਦਾ ਹੈ ਵੀ ਚਾਹੁੰਦਾ ਹੈ, ਉਹ ਇਹ ਸਾਰੇ ਫਲ ਗੁਰੂ ਦੇ ਪਾਸ ਹੈ। ਪੰਕਤੀਆਂ ਬਹੁਤ ਵਾਰੀ ਪੜ੍ਹਦੇ, ਜੋ ਮੰਗੇ ਵੀ ਜੋ ਮੰਗਦਾ ਹੈ ਉਹ ਗੁਰੂ ਤੋਂ ਮਿਲਦਾ ਹੈ। ਜਿਤੜੇ ਫਲ ਮਨ ਬਾਂਛੀਏ, ਮਨ ਜਿੰਨੇ ਫਲ ਚਾਹੁੰਦਾ ਹੈ, ਤਿਤੜੇ ਸਤਿਗੁਰ ਪਾਸ, ਉਹ ਸਾਰੇ ਫਲ ਗੁਰੂ ਕੋਲੋਂ ਮਿਲ ਜਾਂਦੇ ਹਨ। ਪੂਰਬ ਲਿਖੇ ਪਾਵਣੇ, ਸਾਚ ਨਾਮ ਦੇ ਰਾਸ। ਆਦੇ ਫਲ ਪੂਰਬ ਲਿਖੇ ਮਿਲਦੇ ਹੈ। ਨਾਮ ਦੀ ਵੀ ਦਾਤ ਦਿੰਦੇ, ਰਾਸ ਪੂੰਜੀ ਨਾਮ ਦੀ ਵੀ ਦਿੰਦਾ ਹੈ। ਚਲੋ ਬਹੁਤੇ ਹੋਣਗੇ, ਅਰਦਾਸ ਕੀਤੀ ਪੂਰੀ ਨਹੀਂ ਹੋਈ। ਇਹਦੇ 'ਚ ਕਈ ਵਾਰੀ ਨਾ ਅਸੀਂ ਦੁਕਾਨ ਤੋਂ ਸੌਦਾ ਲੈਣ ਜਾਂਦੇ ਹਾਂ ਤੇ ਉਹ ਪਤਾ ਕੀ ਕਹਿੰਦਾ ਜੀ ਅਸੀਂ ਕੁਝ ਮੰਗਿਆ, ਉਹ 10-15 ਹਜ਼ਾਰ ਦੀ ਚੀਜ਼ ਹੋ ਸਕਦੀ ਤੇ ਦੁਕਾਨਦਾਰ ਦੀ ਨਿਗਾਹ ਗਈ ਸਾਡੀ ਜੇਬ ਤੇ, ਕਹਿੰਦੇ ਭਾਈ ਸਾਹਿਬ ਜੀ ਇੰਨੇ ਕੁ ਦੀ ਉਹ ਲੈ ਸਕਦੇ ਹੋ? ਤੇ ਜੇ ਸਮਰੱਥਾ ਨਹੀਂ ਫਿਰ ਉਹ ਚੀਜ਼ ਮਿਲੇਗੀ ਵੀ ਨਹੀਂ, ਕਿਉਂਕਿ ਉਸ ਚੀਜ਼ ਤੋਂ ਕਿ ਸਾਡੇ ਕੋਲ ਪੈਸੇ ਨਹੀਂ ਹੈ। ਦਾਤਾਂ ਸਾਰੀਆਂ ਨੇ ਗੁਰੂ ਘਰ ਦੇ ਅੰਦਰ, ਸਾਨੂੰ ਹੁਣ ਉਹ ਅਵਸਥਾ ਬਣਾਉਣੀ ਪੈਗੀ ਵੀ ਉਹ ਦਾਤ ਮਿਲੇ। ਇੰਨਾ ਕੁ ਪਿਆਰ ਫਿਰ ਸਾਡੇ ਅੰਦਰ ਗੁਰੂ ਪ੍ਰਤੀ ਹੋਣਾ ਹੀ ਚਾਹੀਦਾ ਨਾ, ਵੀ ਗੁਰੂ ਟੁੱਟ ਪੈਣ, ਅਸੀਂ ਕੁਝ ਮੰਗਣ ਆਈਏ ਤੇ ਗੱਲ ਨਾ ਲਾ ਕੇ 10 ਪੁੱਤਰ ਕੀ ਚਾਹੀਦਾ। ਗੁਰੂ ਪੁੱਛਦੇ ਸਤਿਗੁਰੂ ਆਹ ਚਾਹੀਦਾ ਤੇ ਮਹਾਰਾਜ ਉਹ ਸਾਡੀ ਝੋਲੀ 'ਚ ਪਾ ਦੇਣ। ਇੰਨੀ ਕੁ ਤੇ ਸਾਡੇ ਕੋਲ ਅਵਸਥਾ ਹੋਣੀ ਚਾਹੀਦੀ ਹੈ। ਸਤਿਗੁਰ ਸਰਣੀ ਆਇਆ, ਬਹੁੜ ਨਹੀਂ ਵਿਨਾਸ਼। ਸਤਿਗੁਰੂ ਦੀ ਸ਼ਰਨ 'ਚ ਆਇਆ, ਮਨੁੱਖ ਖਤਮ ਨਹੀਂ ਹੁੰਦਾ, ਉਹਦਾ ਵਿਨਾਸ਼ ਨਹੀਂ ਹੁੰਦਾ। ਭਾਵ ਕਿ ਉਹ ਫਿਰ ਜੰਮਣ ਮਰਨ ਦੇ ਗੇੜ 'ਚ ਨਹੀਂ ਅਰਥ ਤਾਂ ਵੈਸੇ ਹੀ ਜੰਮਣ ਮਰਨ ਦੇ ਗੇੜ 'ਚ ਨਹੀਂ ਆਉਂਦਾ, ਜਿਹੜਾ ਗੁਰੂ ਦੀ ਸ਼ਰਨ 'ਚ ਪੈ ਜਾਂਦਾ ਹੈ। ਹਰਿ ਨਾਨਕ ਕਦੇ ਨਾ ਵਿਸਰੋ, ਇਹੋ ਜੀਉ ਪਿੰਡ ਤੇਰਾ ਸਾਸ। ਨਾਨਕ ਨੂੰ ਕਦੇ ਵੀ ਰੱਬ ਜੀ ਹਰ ਜੀ ਵਿਸਰਿਓ ਨਾ। ਨਾਨਕ ਤੁਹਾਨੂੰ ਭੁੱਲ ਨਾ ਜਾਏ। ਜੀਓ ਪਿੰਡ ਤੇ ਰਾਸ ਸਾਸ, ਰਾਸ ਜੋ ਕੁਝ ਤੁਹਾਡਾ ਹੀ ਹੈ ਤੇ ਮੈਂ ਤੁਹਾਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੁੰਦਾ ਹਾਂ। ਸ੍ਰੀ ਰਾਗ ਮਹੱਲਾ ਪੰਜਵਾ। ਸੰਤ ਜਨਮ ਸੁਣ ਭਾਈ ਹੋ, ਛੂਟਣ ਸਾਚੈ ਨਾਈ। ਉਹ ਪਹਿਲੀਆਂ ਪੰਕਤੀਆਂ ਫਿਰ ਆ ਗਈਆਂ ਜੀ। ਸੰਤ ਜਨਾ ਮਿਲ ਭਾਈਆ, ਕਟਿਆੜਾ ਜਮ ਕਾਲ। ਹੁਣ ਮਹਾਰਾਜ ਕਹਿੰਦੇ ਸੰਤ ਜਨੋ ਮਿਲ ਭਾਈਓ, ਛੂਟਣ ਸਾਚੈ ਨਾਏ। ਮਹਾਰਾਜ ਨੇ ਸਾਨੂੰ ਬੈਠਿਆਂ ਵੇਖ ਕੇ ਕਿਹਾ, ਕਹਿੰਦੇ ਭਰਾਵੋ ਨਾਮ ਨਾਲ ਜੁੜ ਜਾਓ। ਨਾਮ ਨਾਲ ਜੁੜ ਕੇ ਤੁਸੀਂ ਬੰਧਨਾਂ ਤੋਂ ਛੁੱਟ ਸਕਦੇ ਹੋ, ਆਜ਼ਾਦ ਹੋ ਸਕਦੇ ਹੋ, ਸੁਤੰਤਰ ਹੋ ਸਕਦੇ ਹੋ। ਕਿੱਡੇ ਪਿਆਰੇ ਬੋਲ ਨੇ ਵੀ ਅਸੀਂ ਗੁਰੂ ਕੋਲ ਬੈਠੇ ਆ ਤੇ ਗੁਰੂ ਸਾਹਿਬ ਜੀ ਇਹ ਕਹਿ ਰਹੇ ਨੇ, ਭਾਈਓ ਭਰਾਵੋ ਮਿੱਤਰੋ ਨਾਮ ਨਾਲ ਜੁੜ ਜਾਓ। ਨਾਮ ਨਾਲ ਜੁੜ ਕੇ ਤੁਹਾਡਾ ਪਾਰ ਉਤਾਰਾ ਹੋ ਸਕਦਾ ਹੈ। ਗੁਰ ਕੇ ਚਰਨ ਸਰੇਵਣੇ, ਤੀਰਥ ਹਰਿ ਕਾ ਨਾਮ। ਗੁਰੂ ਦੇ ਚਰਨ ਸਰੇਵੜੋ, ਭਾਵ ਕੇ ਪਕੜੋ, ਜਪੋ। ਤੇ ਨਾਮ ਹੀ ਤੀਰਥ ਹੈ। ਅਸਲੀ ਤੀਰਥ ਨਾਮਣ ਜਾਓ। ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਨਾਮ ਵਰਗਾ ਤੀਰਥ ਕੋਈ ਨਹੀਂ। ਘਰੇ ਬੈਠ ਕੇ ਜਪੋ, ਘਰ ਹੀ ਤੀਰਥ ਹੈ। ਆਗੈ ਦਰਗਹਿ ਮੰਨੀਐ, ਮਿਲੈ ਨਿਥਾਵੇ ਥਾਂ। ਜਿਹੜਾ ਜਪਦੇ ਉਹਨੂੰ ਦਰਗਾਹ 'ਚ ਮੰਨਿਆ ਜਾਂਦਾ ਹੈ ਤੇ ਨਿਥਾਵੇ ਨੂੰ ਥਾਂ ਮਿਲਦੀ, ਜਗ੍ਹਾ ਮਿਲਦੀ ਰੱਬ ਦੇ ਘਰ। ਭਾਈ ਰੇ ਸਾਚੇ ਸਤਿਗੁਰ ਸੇਵ। ਭਾਈ ਸੱਚੀ ਸੇਵਾ ਕਰ। ਵੀ ਜੇ ਸੇਵਾ ਕਰਨੀ ਚਾਹਣਾ ਫਿਰ ਜੁੜ ਕੇ ਹੀ ਕਰਨੀ। ਫਾਰਮੈਲਿਟੀ ਨਹੀਂ ਹੈ ਸੇਵਾ। ਸੇਵਾ ਵਿਖਾਵਾ ਨਹੀਂ ਹੈ। ਸੇਵਾ ਬੱਧਾ ਚੱਟੀ ਨਹੀਂ ਹੈ। ਜੇ ਕਰਨੀ ਹੈ ਤੇ ਸੇਵਾ ਕਰਨੀ। ਮਾਫ ਕਰਨਾ, ਮੇਰੇ ਵਰਗੇ ਨਾ ਸੇਵਾ ਵੀ ਵਿਖਾ ਕੇ ਕਰਦੇ ਆ। ਕਹਿੰਦੇ ਹੁਣ 4 ਸਰੀਰ ਵੇਖਣਗੇ, ਚਲੋ ਭਾਈ ਆਪਾਂ ਵੀ ਬਰਤਨ ਸਾਫ਼ ਕਰ ਦਿੰਦੇ ਆ। ਬਹੁਤੇ ਗੁਰਮੁਖ ਪਿਆਰੇ ਰੋਜ਼ ਆਣ ਕੇ ਖੜਦੇ ਨੇ ਬਰਤਨਾਂ ਤੇ। ਉਹ 4-4 5-5 6-6 ਘੰਟੇ ਖੜੇ ਰਹਿੰਦੇ ਨੇ। ਉਹ ਸੇਵਾ ਰੋਜ਼ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਕਰਨੀ ਚਾਹੀਦੀ ਹੈ। ਤੇ ਜੇ ਹੁਣ ਮੈਂ ਉਠਾਂ ਵੀ ਸੰਗਤ ਹੁਣ ਐਤਵਾਰ ਜਾਂਦੀ ਹੁੰਦੀ ਤੇ ਕਥਾ ਤੋਂ ਉੱਠ ਕੇ ਮੈਂ 4 ਬਰਤਨ ਉਹਦੇ ਸਾਫ਼ ਕਰਾਂ, ਮੇਰਾ ਚਲੋ ਜੇ ਭਾਵਨਾ ਹੈ ਤਾਂ ਚੰਗੀ ਗੱਲ ਹੈ।
ਤੇ ਵਿਖਾਵੇ ਵਾਸਤੇ ਨਹੀਂ ਵੀ ਸੰਗਤ ਕਵੇ ਵੀ ਬਾਬਾ ਜੀ ਬੋਲਦੇ ਵੀ ਆ, ਸੇਵਾ ਵੀ ਕਰਦੇ। ਵਿਖਾਵੇ ਵਾਸਤੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਸਿੱਖਾਂ ਦੀ ਸੇਵਾ ਕਰਨੀ ਉਹਨਾਂ ਤੇ ਸੱਚੀ ਸੇਵਾ ਕਰੀ, ਵੀ ਤੇਰਾ ਮਨ ਕਰੇ ਸੇਵਾ ਕਰਨ ਨੂੰ। ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਦ। ਸਤਿਗੁਰੂ ਤੁਠੇਗਾ, ਜਿਹੜਾ ਪੂਰਨ ਰੱਬ ਅਲਖ ਅਭੇਵੇ ਨੂੰ ਮਿਲ ਜਾਂਦਾ ਹੈ ਸੇਵਾ ਦੇ ਵਿੱਚੋਂ। ਰਹਾਉ ਸਤਿਗੁਰ ਵਿਟੋ ਵਾਰਿਆ ਜਿਨ ਦਿੱਤਾ ਸਚ ਨਾਮ। ਮੈਂ ਸਤਿਗੁਰੂ ਤੋਂ ਕੁਰਬਾਨ ਜਾਂਦਾ ਵਾਰੰਦਾਰ ਤੇ ਜਿਹਨੇ ਨਾਮ ਦੀ ਦਾਤ ਦੇ ਦਿੱਤੀ ਹੈ। ਜਿਹੜਾ ਏਡੀ ਵੱਡੀ ਦਾਤ ਦਿੰਦਾ ਕੁਰਬਾਨ, ਤੇ ਫਿਰ ਸਾਨੂੰ ਉਹਦੇ ਤੋਂ ਜਾਣਾ ਹੀ ਚਾਹੀਦਾ ਹੈ। ਹਰ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਆਣ ਗਾਓ। ਦਿਨ ਦਾ ਤੇ ਦਿਨ ਰਾਤ ਸੱਚੇ ਦੀ ਸਲਾਹਤਾ ਕਰਨੀ ਚਾਹੀਦੀ, ਸੱਚੇ ਦੇ ਹੀ ਗੁਣ ਗਾਉਣੇ ਚਾਹੀਦੇ ਹਨ। ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਮ। ਸੱਚੇ ਮਨੁੱਖ ਦੇ ਅੰਦਰ ਜਦੋਂ ਸੱਚਾ ਨਾਮ ਟਿਕ ਜਾਂਦੇ, ਉਹਦਾ ਖਾਣਾ ਵੀ ਸੱਚ ਹੋ ਜਾਂਦਾ, ਪਹਿਨਣ ਵੀ ਸੱਚ ਹੋ ਜਾਂਦਾ। ਉਹ ਨਾਮ ਨੂੰ ਹੀ ਛਕਦਾ ਹੈ ਤੇ ਨਾਮ ਹੀ ਪਹਿਨਦਾ ਹੈ ਜੀ। ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ। ਨਾਮ ਰੂਪੀ ਕੱਪੜਾ ਉਹਦੀ ਪੱਤ ਢੱਕਦਾ ਹੈ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਤੈਂ ਸਹਿ ਗੁਰੂ ਨੇ ਸਾਨੂੰ ਦਿੱਤਾ। ਗ੍ਰੰਥੀ ਸਿੰਘ ਪੰਕਤੀ ਪੜ੍ਹਦੇ ਰਮਾਲਾ ਪਾ ਕੇ ਮਹਾਰਾਜ ਵੀ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ। ਮਹਾਰਾਜ ਤੇ ਕਹਿ ਰਹੇ ਵੀ ਤੂੰ ਸੀ ਸਾਨੂੰ ਦਿੱਤਾ ਹੈ ਪ੍ਰੇਮ ਦਾ ਪਟੋਲਾ। ਅਸੀਂ ਕਹਿ ਰਹੇ ਜੀ ਅਸੀਂ ਤੁਹਾਡੇ ਤੇ ਰਮਾਲਾ ਪਾਇਆ। ਸਾਡਾ ਰਮਾਲਾ ਗੁਰੂ ਸਾਹਿਬ ਦੀ ਤੇ ਇੰਨੀ ਕੁ ਇੱਜ਼ਤ ਤੇ ਉਹਨੂੰ ਜਿੱਥੇ ਮਰਜ਼ੀ ਬਿਠਾ ਦਿਓ, ਗੁਰੂ ਤੇ ਸਨਮਾਨਯੋਗ ਹੀ ਹੈ। ਪ੍ਰੇਮ ਦਾ ਪਟੋਲਾ, ਪਟੋਲੇ ਦਾ ਅਰਥ ਕੱਪੜਾ ਹੀ ਹੈ ਵੀ ਤੁਸੀਂ ਸਾਨੂੰ ਪ੍ਰੇਮ ਦਾ ਕੱਪੜਾ ਦਿੱਤਾ ਹੈ। ਢੱਕਣ ਕੂ ਪੱਤ, ਮੇਰੀ ਪੱਤ ਢੱਕਣ ਵਾਸਤੇ ਤੁਸੀਂ ਪ੍ਰੇਮ ਦੀ ਦਾਤ ਦੇ ਦਿੱਤੀ। ਦਾਨਾ ਬਿਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ, ਮੈਂ ਤੇਰੀ ਸਾਰ ਨਹੀਂ ਜਾਣਦਾ। ਉਹਦਾ ਛਕਣਾ ਵੀ ਕੀਰਤਨ ਕਥਾ ਬਣ ਜਾਂਦਾ ਹੈ, ਉਹਦਾ ਪਹਿਨਣਾ ਵੀ ਭਾਈ ਨਾਮ ਜਿਹੜਾ ਜੁੜ ਜਾਂਦਾ ਹੈ। ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ। ਉਹਨਾਂ ਨੂੰ ਫਿਰ ਸਾਸ ਗਰਾਸ, ਸਾਸ ਦਾ ਤਾਂ ਸਾਹ ਲੈਂਦਿਆਂ ਗਰਾਸਦਾਰ ਤੇ ਪ੍ਰਸ਼ਾਦਾ ਛਕਦਿਆਂ ਸਫਲ ਮੂਰਤ ਨੂੰ ਸਦਾ ਵਾਸਤੇ ਹਿਰਦੇ 'ਚ ਵਸਾ ਲੈਂਦੇ ਹਨ। ਗੁਰ ਜੀਵਨ ਅਵਰ ਨ ਦਿਸਈ ਆਠ ਪਹਿਰ ਦਿਸ ਜਾਪ। ਗੁਰੂ ਸਾਹਿਬ ਵਰਗਾ ਸਾਨੂੰ ਹੋਰ ਕੋਈ ਨਹੀਂ ਦਿਸਦਾ। 8 ਪਹਿਰ ਜਪਣਾ ਚਾਹੀਦਾ ਹੈ। ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਉਹ ਤਾਪ। ਮੇਰ ਦੀ ਨਜ਼ਰ ਕਰੇਗਾ ਤੇ ਫਿਰ ਸੱਚਾ ਨਾਮ ਤੇ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਮਿਲਦਾ ਹੈ। ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਗੁਰੂ ਸਮਾਏ। ਤੇ ਰੱਬ ਇੱਕ ਹੀ, ਇਹਦੇ 'ਚ ਕੋਈ ਫਰਕ ਨਹੀਂ, ਜਿਹੜਾ ਸਾਰਿਆਂ 'ਚ ਸਮਾਇਆ ਹੈ। ਜਿਨ ਕੋ ਪੂਰਬ ਲਿਖਿਆ ਸਈ ਨਾਮ ਧਿਆਏ। ਜਿਨ੍ਹਾਂ ਨੂੰ ਧੁਰ ਤੋਂ ਲਿਖਿਆ ਨਾਮ ਉਹ ਹੀ ਜਪਦੇ ਹਨ ਜੀ। ਇਹ ਜਪਣਗੇ ਉਹ ਜਪ ਰਹੇ ਹਨ। ਨਾਨਕ ਗੁਰ ਸਰਨਾਗਤੀ ਮਰੈ ਨਾ ਆਵੈ ਜਾਏ। ਨਾਨਕ ਗੁਰੂ ਦੀ ਸ਼ਰਨ 'ਚ ਪੈ ਗਿਆ, ਹੁਣ ਨਾ ਮਰੇਗਾ ਨਾ ਆਏਗਾ ਨਾ ਜਾਏਗਾ। ਅਸੀਂ ਵੀ ਪੈ ਗਏ ਨਾ, ਸਾਡਾ ਜਨਮ ਮਰਨ ਇੱਥੇ ਹੀ ਘਟਿਆ ਜਾਣਾ। ਉਹ ਫਿਰ ਮਨੁੱਖ ਆਵਹਿ ਨਾ ਜਾਹਿ ਨਾ ਕਬਹੂ ਮਰਤੇ ਭਾਰ ਬ੍ਰਹਮ ਸੰਘਾਰੀ ਦੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਇਹਨਾਂ ਸਥਾਨਾਂ ਦੀ ਸੇਵਾ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਚਾਦਰ